सबनी ताई तू मेरा राखा, तू मेरा राखा सबनी तापो के आकाड़ा जियो, तापो के आकाड़ा जियो। परम सत्कार योग गुरु सवारी साध संगत जियो, सतगुरु श्री गुरु ग्रंथ साहिब महाराज पातशाह जी ने मेहर की है। आप जी दे सतगुरु जी वालों बख्शे हुए इस पवित्र स्थान से बैठ के गुरु नानक पातशाह जी दे घर की वड्याई सिफत सलाह गुरु ग्रंथ साहिब महाराज पातशाह जी की वर्त रही जगत प्रति कला के रहमत उसनों आपसियां नाल सांझा करन दा सतगुरु ने सुभाग बख्शिया है। गुरु पातशाह जी की कृपा नाल एक दो एक चढ़ंदियां एक तो वध सतगुरु के प्यार विच रंगिया होइयां आत्मावां दे दीदार हो रहे हैं। सतगुरु सच्चे पातशाह जी की वड्डी कृपालता वरत रही सी। जदों अंदर आपसियां दे ते सतगुरु जी के दर्शन दीदार प्रारंभ होए, अंदर हनेरा सी। सतगुरु सच्चे पातशाह महाराज जी के ऊपर लाइट का प्रबंध सी। एक वखरी तरह का प्यारा जिहा सतगुरु जी ने माहौल दिखाया। चंगा लग रहा सी। लाइटां बंद सन, जिवें धन गुरु नानक पातशाह जी स्वरूप विच होण। उपर बुक्कल दी मारी कोई चादर दी ते सारी संगत नूं सतगुरु ने अपनी बुक्कल विच नेड़े करके बिठाया होवे। गुरु नानक पातशाह महाराज जी तरस कर रहे सन, तुसीं उन्हां दी बुक्कल विच बैठ ओहदे प्यारां दे गीत ओहदा हुकम गुरु के मंत्र दा जाप कर रहे सी। आओ सतगुरु जी इसी तरह अंदर दा टिकाऊ बनाई रखन। कुछ को बचना की सांस प्रारंभ करिए। सतगुरु मेहर करके करवान ते तुहाडी आसीस मिले। मन निकले ते सतगुरु की अपनी केवल कला वरते। फतेह बुलाओ अदबन आखो जी। वाहिगुरु जी का खालसा, वाहिगुरु जी की फतेह। सतगुरु श्री गुरु ग्रंथ साहिब महाराज पातशाह जी के घर अंदर केवल दो वचन ने, ते दो ही वचन इस जगत ने ते साडे मन ने बनाए हुए ने। तीसरा कुछ भी नहीं। दो तो इलावा जिन्ना कुछ असा ने कल्पया है, उलीकिया है, सोचा विचारिया है, वो सारा कुछ गुरु नानक पातशाह जी के घर तो दूर जान वाला नेड़ के नहीं लिया। सतगुरु पातशाह महाराज जी के घर के दो वचन केवल सिख ने कमाने सन। जिहड़ा उन्हां दो वचनां विच रह गया उहदा बेड़ा सतगुरु ने पहला भी पार किया, अज भी कर रहे सन ते आउण वाले युगां तक भी करनगे। वो दो चीज़ां सतगुरु जी ने बख्शियां सन। सब तो पहला हुक्म किया साने कि समर्थ पूरे गुरु का वचन सुनना है, सुनना है।
ਤੇ ਦੂਸਰਾ ਸੀ ਕੋਈ ਸੁਣਨ ਤੋਂ ਬਾਅਦ ਕੇਵਲ ਕਮਾਣਾ ਸ਼ੁਰੂ ਕਰਨਾ ਹੈ। ਸੁਣਨਾ ਤੇ ਕਮਾਣਾ, ਬਸ, ਤੀਜਾ ਕੁਛ ਨਹੀਂ। ਪਰ ਸਾਡੇ ਵੱਲੋਂ ਕੀ ਹੁੰਦਾ ਹੈ, ਪਹਿਲੀ ਗੱਲ ਤਾਂ ਕੁਝ ਉਹ ਕਨ ਲੋਕ ਜਿਹੜੇ ਸਤਿਗੁਰੂ ਦਾ ਬਚਨ ਕੰਨਾਂ ਨਾਲ ਹੀ ਨਹੀਂ ਸੁਣਦੇ। ਜਿਹੜਾ ਬਾਹਰੋਂ ਸੁਣ ਕੇ ਆਣਾ ਇਹ ਭਾਗਣ ਵਾਲਿਆਂ ਦੇ ਹਿੱਸੇ 'ਚ ਆਉਂਦਾ, ਕਰ ਕਿਸੇ ਦੇ ਨਹੀਂ। ਪਰ ਸਤਿਗੁਰੂ ਪਿਤਾ ਜੀ ਕਿਰਪਾ ਕਰਦੇ ਕਰਨ ਕਿ ਜਿਹੜੇ ਇਹ ਸੁਣਦੇ ਨੇ ਨਾ ਕੰਨਾਂ ਨਾਲ, ਪਿਆਰਿਓ, ਇੱਕ ਪਹਿਲਾ ਕਦਮ ਤੇ ਠੀਕ ਹੋ ਗਿਆ, ਭਾਵੇਂ ਇਹ ਆਪਣੇ ਆਪ ਅੰਦਰ ਅਜੇ ਪੂਰਾ ਕਦਮ ਨਹੀਂ ਸੀ। ਉਸ ਕਦਮ ਦਾ ਕੁਝ ਹਿੱਸਾ ਸੀ ਛੋਟਾ ਜਿਹਾ। ਮੈਂ ਬੇਨਤੀ ਕਰਦਾ ਬਾਅਦ ਵਿੱਚ, ਪਿਆਰਿਓ, ਸੀਗਾ ਕੋਈ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਬਚਨ ਸੁਣਨਾ ਤੇ ਸੁਣਨ ਤੋਂ ਬਾਅਦ ਅਸਾਂ ਨੇ ਕਮਾਣਾ ਸ਼ੁਰੂ ਕਰਨਾ ਸੀ। ਸਾਡੇ ਵੱਲੋਂ ਕੀ ਹੁੰਦਾ ਏ, ਸੁਣਨ ਤੋਂ ਬਾਅਦ ਸਾਡਾ ਮਨ ਉਹ ਕਮਾਣ ਦੀ ਬਜਾਏ ਉਹਨੂੰ ਵਿਚਾਰਨ ਲੱਗ ਪੈਂਦਾ ਹੈ, ਸੋਚਦਾ ਏ, ਵਿਚਾਰਦਾ ਏ। ਵਿਚਾਰੀਏ ਤੇ ਉਸ ਗੱਲ ਤੋਂ ਕੋਈ ਸ਼ੱਕ ਹੋਵੇ ਕਿ ਕਹਿਣ ਵਾਲਾ ਕੋਈ ਗਲਤ ਨਾ ਅਗਵਾਈ ਕਰ ਰਿਹਾ ਹੋਵੇ, ਉਹ ਕਿਧਰੇ ਸਾਨੂੰ ਹੋਰ ਦਿਸ਼ਾ ਤੇ ਨਾ ਲੈ ਜਾਵੇ, ਜਿਹਦੇ ਨਾਲ ਸਾਡਾ ਆਪਣਾ ਨੁਕਸਾਨ, ਬੱਚਿਆਂ ਦਾ ਨੁਕਸਾਨ, ਮੇਰੇ ਆਂਢ ਗੁਆਂਢ ਦਾ ਨੁਕਸਾਨ, ਮੇਰੀ ਕੌਮ, ਮੇਰੇ ਪੰਥ, ਦੇਸ਼, ਮਜ਼ਹਬ, ਕਿਸੇ ਦਾ ਨੁਕਸਾਨ ਹੋਵੇ। ਜਦੋਂ ਕਿ ਅਸੀਂ ਜਿਸ ਸਮਰੱਥ ਗੁਰੂ ਦੇ ਚਰਨਾਂ 'ਚ ਬੈਠੇ, ਉਹਨਾਂ ਦਾ ਇੱਕ ਬਚਨ ਏ, ਹਜ਼ੂਰ ਕਹਿੰਦੇ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਮੇਰੇ ਸਤਿਗੁਰੂ ਜੀ ਦਾ ਇੱਕ ਇੱਕ ਬਚਨ ਮਨੁੱਖਤਾ ਦਾ ਭਲਾ ਕਰਨ ਵਾਲਾ ਹੈ। ਸਾਨੂੰ ਨਹੀਂ ਪਤਾ ਸਾਡੇ ਆਉਣ ਵਾਲੇ ਕੱਲ ਨੂੰ ਕੀ ਹੋਣਾ ਹੈ, ਪਰ ਗੁਰੂ ਪਿਆਰਿਓ, ਸਤਿਗੁਰੂ ਜੀ ਨੂੰ ਤੇ ਸਾਡੀ ਆਤਮਾ ਦਾ ਪਿਛਲੇ ਯੁੱਗਾਂ ਦਾ ਵੀ ਗਿਆਨ ਹੈ ਤੇ ਆਉਣ ਵਾਲੇ ਯੁੱਗਾਂ ਦਾ ਵੀ ਪਤਾ ਹੈ ਕਿ ਕੱਲ ਨੂੰ ਕੀ ਹੋਣਾ ਹੈ। ਸਤਿਗੁਰੂ ਜੀ ਉਹ ਕੁਝ ਬਚਨ ਕਰਦੇ ਨੇ ਪਿਆਰਿਓ, ਜਿਹੜਾ ਬਚਨ ਨੇ ਸਾਡਾ ਕਰਨਾ ਹੀ ਭਲਾ, ਹੋਰ ਕੁਝ ਕਰਨਾ ਹੀ ਨਹੀਂ ਹੈ। ਇੱਕੋ ਵਕਤ ਸਤਿਗੁਰੂ ਜੀ ਇੱਕ ਪਾਸੇ ਸਾਡੇ ਜੀਵਨ ਨੂੰ ਸੁਧਾਰਦੇ ਨੇ ਤੇ ਦੂਸਰੇ ਪਾਸੇ ਨਿਰੰਕਾਰ ਤੇ ਘਰ ਨਾਲ ਅੰਦਰੋਂ ਨੇੜੇ ਕਰਦੇ ਕਰਦੇ ਇੱਕ ਦਿਨ ਜੋੜ ਕੇ ਇੱਕ ਮਿੱਕ ਕਰਦੇ ਕਾਨ। ਪਰ ਮੈਂ ਬੇਨਤੀ ਕੀਤੀ ਤੁਹਾਡੇ ਚਰਨਾਂ ਦੇ ਅੰਦਰ, ਸੁਣਨ ਤੋਂ ਬਾਅਦ ਜਦੋਂ ਇਹ ਮਨ ਸੋਚੇਗਾ, ਵਿਚਾਰੇਗਾ, ਸਾਧ ਸੰਗਤ, ਇਹਦਾ ਮਤਲਬ ਸਿੱਧਾ ਹੈ ਕਿ ਸਾਡਾ ਅੰਦਰ ਕਿਸੇ ਹੱਦ ਤੱਕ ਅੰਦਰੋਂ ਕੋਈ ਸਵਾਲ ਇਹ ਕਰ ਰਿਹਾ ਹੈ ਕਿ ਸਤਿਗੁਰੂ, ਇਹ ਬਚਨਾਂ ਵਿੱਚ ਸਾਨੂੰ ਕੋਈ ਸ਼ੱਕ ਹੈ। ਬੇਨਤੀ ਕਰਾਂ ਜਰਾ ਕਦੇ ਧਿਆਨ ਨਾਲ, 2-4 ਅੱਜ ਪ੍ਰਮਾਣ ਸਾਹਮਣੇ ਲਿਆਓ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ। ਹਜ਼ੂਰ ਕਹਿੰਦੇ ਨੇ ਜਿਹੜਾ ਬੰਦੇ ਨੂੰ ਹੁਕਮ ਹੋ ਗਿਆ ਭਈ ਨਾਮ ਜਪਣਾ ਹੈ, ਅੰਦਰ ਆਇਆ ਸਤਿਗੁਰੂ ਜੀ ਆਪ ਹੀ ਕਲਾ ਵਰਤਾਂਦੇ, ਕਿਸੇ ਦੇ ਵੱਸ ਨਹੀਂ। ਤੁਹਾਡੇ ਰਾਹੀਂ ਸਤਿਗੁਰੂ ਪਿਤਾ ਮਹਾਰਾਜ ਜੀ ਕਿਸੇ ਦੀ ਰਸਨਾ ਦੇ ਰਾਹੀਂ, ਕਿਸੇ ਤੋਂ ਇਹੋ ਜਿਹੇ ਕਰਮ ਸੋਹਣੇ ਕਰਵਾ ਦਿੰਦੇ ਜਿਹਦੇ ਰਾਹੀਂ ਆਪਣਾ ਮੈਸੇਜ, ਆਪਣਾ ਸੰਦੇਸ਼ ਸਾਡੇ ਤੱਕ ਪਹੁੰਚਾਉਂਦੇ ਕਰ। ਹੁਣ ਵੀ ਸਾਹਮਣੇ ਗੋਲਕ ਤੇ ਤੁਸਾਂ ਕੁਛ ਸਾਧ ਸੰਗਤ ਛਾਪ ਕੇ ਰੱਖਿਆ, ਥੱਲੇ ਤੇ ਪਤਾ ਨਹੀਂ ਕੀ ਹਦਾਇਤਾਂ ਹਨ ਸੋਹਣੀਆਂ। ਉੱਪਰ ਕਹਿ ਕੋਈ ਨਾਮ ਸਿਮਰਨ ਕਰਨਾ ਜ਼ਰੂਰੀ ਹੈ। ਬਸ ਇੰਨੀ ਕੁ ਗੱਲ ਕੀ ਹੈ ਨਾ, ਜਿਹੜਾ ਆਪ ਜੀ ਨੇ ਹੁਣੇ ਜਪਿਆ ਹੈ। ਹੁਣ ਨਾਮ ਜਪਣਾ ਜ਼ਰੂਰੀ ਹੈ, ਇਹਦੇ ਤੇ ਕਿਹੜੀ ਵਿਚਾਰ ਮਨ ਕਰੇਗਾ ਕਿ ਕਿਉਂ ਜ਼ਰੂਰੀ ਹੈ, ਕਿਵੇਂ ਜ਼ਰੂਰੀ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਜਿਹੜੇ ਹੁਕਮ ਸੁਣਨ ਤੋਂ ਬਾਅਦ ਨਾਮ ਜਪਣ ਦੀ ਬਜਾਏ ਕੇਵਲ ਸੋਚਣ ਲੱਗ ਪੈਂਦੇ ਹਨ ਤੇ ਸੋਚ ਦੇ ਵਿਚਾਰ ਤੇ ਵੀ ਇੱਥੋਂ ਤੱਕ ਹਨ। ਬਸ ਆ 2-4 ਸਾਲ ਠਹਿਰ ਕੇ ਨਾ ਥੋੜਾ ਕੰਮ ਕਾ ਕੇ ਫਿਰ ਆਪਾਂ ਇਹ ਕੰਮ ਜ਼ਰੂਰ ਕਰਨਾ ਹੈ। ਪਿਆਰੇ ਪੂਰਨ ਮਹਾਨ ਪੁਰਖਾਂ ਦੇ ਬਚਨ, ਉਹ ਕਹਿੰਦੇ ਸਾਲਾਂ ਦੀ ਗੱਲ ਛੱਡੋ, ਸਾਡਾ ਅੰਦਰ ਕਿਵੇਂ ਆਪਣੇ ਆਪ ਨੂੰ ਰੱਬ ਤੋਂ ਦੂਰ ਕਰਕੇ ਦੁਖੀ ਤੇ ਖੁਆਰ ਹੋ ਰਿਹਾ ਹੈ। ਆਖੇਗਾ ਅੱਜ ਕਿੰਨੀ ਤਰੀਕ ਹੋ ਗਈ, ਬਸ ਆ 2-4 ਦਿਨਾਂ ਬਾਅਦ ਪਹਿਲੀ ਤੋਂ ਆਪਾਂ ਇਹ ਕੰਮ ਸ਼ੁਰੂ ਕਰ ਲੈਂਦੇ। ਉਹ ਆਈ, ਬਸ ਜਦੋਂ ਉਹ ਪਹਿਲੀ ਆਏਗੀ ਮਨ ਕੋਈ ਹੋਰ ਵਿਚਾਰ ਦੇਵੇਗਾ, ਅੱਜ ਥੋੜਾ ਜਿਹਾ ਕੰਮ ਇਹ ਮੁਕਾ ਲਈਏ, ਬਸ ਬੁੱਧਵਾਰ ਤੋਂ ਆਪਾਂ ਸ਼ੁਰੂ ਕਰ ਲਾਂਗੇ। ਬੁੱਧਵਾਰ ਆਉਂਦਾ ਏ, ਪਿਤਾ ਨੂੰ ਕਿਧਰੇ ਲੈ ਕੇ ਜਾਣਾ ਹੈ, ਮਾਤਾ ਦੀ ਕੋਈ ਅਪਾਇੰਟਮੈਂਟ ਆ ਗਈ, ਬੱਚਿਆਂ ਨੂੰ ਕਿਧਰੇ ਲੈ ਕੇ ਜਾਣਾ ਏ। ਬਸ ਫਿਰ ਅੱਗੇ ਪਾਉਂਦੇ ਜ਼ਿੰਦਗੀ ਦੇ ਪਤਾ ਨਹੀਂ ਕਿੰਨੇ ਕੁ ਸਾਲ ਲੰਘ ਜਾਂਦੇ ਸਨ।
मन उच आउण नहीं देंदा करन ते सतगुरु जी ने इसे करके एक शब्द वरत्या है। सब कहते जड़ा ऐपो जी विचार करदा वो मां मूर्ख मुगल गवार के साथ संग। सतगुरु जी दे बचन जे मेरे साहब कहते कर का नाम न जपस गवारा। ऐ गवार मूर्ख मन तू क्यों नहीं जपदा नाम, क्या सोचे बारंबार। बार बार सोची जा रहे तू इस गल को भला की सोच लेगा। हाँ तेन समझ नहीं आई तू समझ आके 2 बार 4 बार 10 बार तू समझ, पर की सारी जिंदगी समझन तो बाद फिर सोचन लग पेगा विचार से। मैनू पता नहीं तुसी मैनू दसो, कल नूं मैं अज पता लग गया, कल नूं मैं शुरू कर ला। सतगुरु ते कहंदे कल तुसीं अज शुरू करो। सतगुरु कहंदे अज भी हुणे को नहीं, इस वक्त ही वाहिगुरु कहण लई किहड़ा किसी तो सर्टिफिकेट लेना जां साडे गवांढी धर्म दी राही ये वेखना भी मैं औरत हां कि मर्द हां, मैं अज वार ठीक है, मैं नहाता वां कि नहीं नहाता, मेरे कपड़े किहड़े पाए, कुछ भी नहीं करन दी लोड़। सतगुरु जी ने एडा सौखा रस्ता दस्या। गुरु के प्यारेओ गरीब नवाज पातशाह जी दा बचन मेरे साहब कहंदे क्या तू सोचे, क्या तू चितवे, क्या तू करे उपाय, ताको कहाँ परवाह कखों की, जे गोपाल सहाय। उन्होंने कादी परवाह प्यारिओ जिन्हां दी सहायता विच गुरु नानक साहब वर्गा परमेश्वर आप खलोता है। वो की सोचना ते की चितवना। गुरु की साध संगत मेरे सतगुरु जी ने कृपा कीते। हजूर कहते ने सब तो सौखा ते छेती रब नाल जुड़न दा, इस जीवन नूं सुखां नाल भरन दा। गुरु के प्यारेओ मनुखता दे तमाम सुखां तो वड्डे सुख ये झोली पाण दा ये रस्ता ओए जिहड़ा गुरु नानक साहब जी ने सिख जगत नूं नहीं पूरे जगत नूं दस्या है। जिन्हां ने उस रस्ते नूं अपना लिया उन्हां नूं असीं सिख कहण लग पए। पर जदों कोई आदमी शरीर करके तां सिख अखवाए पर अंदरों उस रस्ते ते तुरे ना साध संगत, मत किसी भुलेखे विच रहना असीं उस रस्ते दे पांधियां जां सिख ताइयां जे उस रस्ते ते असीं चल पए अपने आप नूं चलाया है। सतगुरु जी कृपा करदे ने। मैं बेनती कर रहा सा सब तो पहला बचन ही गरीब नवाज पिता दा बचन सुनना ते सुनन तो बाद सी मनना। सतगुरु जी दे हुक्म तां कोई बहुते नहीं कहण, इन्ना कोई है भई अमृत छकना गुरु आले बन जा। उस तो बाद तू नाम जपना शुरू कर। नाम जपण तो बाद सारी जिंदगी दी कहानी ये 2 चीज़ां नाल जुड़ के तू तुरिया रहो। सतगुरु आप तेनू दसणगे भई तेरे लिए की भला ते की नुकसान है, किथे तेनू रखना है ते किथे तेनू नहीं रखना। गरीब नवाज पिता जी मेहर करदे कहण ओ की रहा गुरु के प्यारेओ साडे ते रब दे दरम्यान ना तां लोक रुकावट ने, ना काम रुकावट है, ना साडे मित्र ते दोस्त रुकावट ने, ना रिश्तेदार रुकावट ने। साध संगत ना कोई साडा देश कोई धर्म दे आले दुआले दे लोक रुकावट। जेकर कोई सब तो वड्डी रुकावट ते साडे ते वाहिगुरू दे दरम्यान ते ओह साडा अपना मन है। साध संगत इहदे तो वड्डा दुश्मन भी कोई नहीं, पर जेकर इह सतगुरु दे आके लग जाए ते इहदे वर्गा मित्र भी कोई नहीं है। इह साडा सफर तय भी बहुत करवा सकदा है, पर इह सब तो वड्डी रुकावट है। आप जी जानदे हो सतगुरु जी दा हुक्म है, कहंदे ये रब दे राह ते तुरना होवे एक सुचेत होकर रहना। इस मन नूं ना कोई गल पुछनी रब बारे, इहनूं ना पुछे क्योंकि इहदा उद्देश ही नहीं, इहदी रब ने ड्यूटी नहीं लाई तू उस घर की कोई बात समझ सके। मन ला के इस संसार नाल संबंध कुछ भी करना होवे पहला ख्याल आउणगे, विचारांगे, सोचांगे भाई साडे लिए की माड़ा की चंगा, इहदी पढ़ाइयां करांगे, मीटिंगां करांगे, बैठांगे, सारा कुछ चंगा है। पर साध संगत
सतगुरु जी आखते ने भाई जेकर किसी ने गुरु नानक साहब जी के चरणों का सुख लेना होवे, जे किसी ने सचमुच मेरे वाहिगुरु जी के शब्द का रस पीना होवे, ਉਹਦੇ वास्ते इस मन को पुछना भी नहीं, मन की सुननी भी नहीं, मन नाल सलाह भी नहीं करने। साहब कहते सलाह भी करी अपने वाहिगुरु के नाम नाल, पुछी भी सतगुरु नो, तुरी भी ਉਹਦੇ मगर परकुंदा के। तुसी कोई धर्म की गल अज ही बेशक करके वेख लो, ਤੇ ਕੱਲ ਨੂੰ ਅਸੀਂ ਆਪ ਕੰਮ ਕਰਨਾ, ਵੀ ਸਵੇਰੇ ਅੰਮ੍ਰਿਤ ਛਕਣਾ ਮੰਨ ਲਓ ਜਿਨ੍ਹਾਂ ਨਹੀਂ ਛਕਿਆ, ਜਾਂ ਜਿਨ੍ਹਾਂ ਤੇ ਸਤਿਗੁਰੂ ਜੀ ਮਿਹਰ ਕਰਦੇ ਵੀ ਕੱਲ ਨੂੰ ਅਸਾਂ ਨੇ ਗੱਲਾਂ ਘੱਟ ਤੇ ਵਾਹਿਗੁਰੂ ਵਾਹਿਗੁਰੂ ਜ਼ਿਆਦਾ ਕਰਨਾ ਏ, ਤੇ ਭਲਾ ਇਹ ਖਿਆਲ ਆਉਂਦਿਆਂ ਸਾਰ ਤੁਹਾਡੇ ਸਾਹਮਣੇ ਕੌਣ ਖਲੋਏਗਾ ਅੱਜ ਰਾਤ ਨੂੰ ਆਪਣਾ ਮਨ, ਕਿ ਸੱਚੀ ਮੁੱਚੀ ਮੈਂ ਕੰਮ ਕਰਾਂ ਕਿ ਐਵੇਂ ਗੱਲਾਂ ਬਾਤਾਂ ਨੇ, ਕੰਮ ਨਾ ਪਿੱਛੇ ਰਹਿ ਜਾਵੇ, ਜਾਂ ਪਤਾ ਨਹੀਂ ਕਿੰਨੇ ਕੁ ਖਿਆਲਾਂ ਦੀ ਲੜੀ ਆਏਗੀ, ਹੋ ਸਕਦਾ ਸਵੇਰ ਤੱਕ ਇਹ ਗੱਲ ਹੀ ਭੁੱਲ ਜਾਵੇ। ਇਹ ਮਨ ਨਹੀਂ ਅਗੋਂ ਰੋਕਣਾ ਹੀ। ਸਾਧ ਸੰਗਤ ਉਸ ਮਨ ਨੂੰ ਅਸੀਂ ਪੁੱਛਣਾ ਸ਼ੁਰੂ ਕਰਦੇ ਹਾਂ, ਮਨਾ ਭਈ ਦੇਖ ਅਸੀਂ ਇਹ ਕੰਮ ਕਰ ਲਈਏ ਕਿ ਨਾ, ਮਨ ਨੇ ਨਹੀਂ ਕਦੇ ਕਰਨ ਦੇਣਾ। ਸਤਿਗੁਰੂ ਜੀ ਆਖਦੇ ਮਨ ਨੂੰ ਤੁਸਾਂ ਨੇ ਹੁਕਮ ਦੇਣਾ ਨਾ ਕਿ ਉਹਨੂੰ ਪੁੱਛਣਾ ਹੈ। ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨਾ ਵਚਨ ਕਰਦੇ ਨੇ, ਕਹਿੰਦੇ ਇਸ ਮਨ ਨੂੰ ਪੁੱਛੋ ਨਾ, ਮਨ ਨੂੰ ਦੱਸੋ, ਤੇ ਦੱਸਾਂਗੇ ਤਾਂ ਹੀ ਜੇ ਸਾਨੂੰ ਕੋਈ ਮਤਬੁੱਧ ਹੋਏਗੇ, ਤੇ ਮਤਬੁੱਧ ਕਿੱਥੋਂ ਲੈਣੀ? ਸਤਿਗੁਰੂ ਕੋਲੋਂ ਅਸੀਂ ਮੰਗਦੇ ਹਾਂ, ਸਾ ਮਤ ਦਿਓ ਦਇਆਲ ਪ੍ਰਭ, ਜਿਤ ਤੁਮੈ ਅਰਾਧਾ, ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ। ਅਸੀਂ ਮਤ ਲੈਣੀ ਸਤਿਗੁਰਾਂ ਕੋਲੋਂ, ਉਹ ਲੈ ਕਿਸ ਮਨ ਤੋਂ? ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਹੁਕਮ ਕਰਦੇ ਨੇ, ਮਨ ਨੂੰ ਹੁਕਮ ਕਰੋ ਕਿਹੜਾ? ਕਹਿੰਦੇ ਜਪ ਮਨ। ਇਹਨੂੰ ਪੁੱਛਿਆ ਤੇ ਨਹੀਂ, ਇਹਨੂੰ ਕਿਹਾ ਤੂੰ ਆ ਕੰਮ ਕਰ, ਬਸ ਇਹਦੇ ਤੋਂ ਕਰਵਾਣਾ ਏ। ਇਹਨੇ ਆਖਣਾ ਕੀ ਕਰਾਂ? ਸਾਹਿਬ ਕਹਿੰਦੇ ਜਪ ਮਨ ਸਤਿਨਾਮ ਸਦਾ ਸਤਿਨਾਮ, ਤੂੰ ਕੇਵਲ ਸੱਚਾ ਨਾਮ ਜਪਣਾ ਹੈ, ਬਸ ਤੇਰਾ ਕੰਮ ਹੀ ਤੈਨੂੰ ਹੁਕਮ ਦਿੱਤਾ ਹੈ ਮਨਾ। ਚਾਰਿਓ ਪਤਾ ਜੀ ਨਾ, गुरु अमरदास पिता महाराज, चाहे धन गुरु तेग बहादुर पिता की बाणी पढ़ो, सतगुरु कहते लोगों नूं नहीं इस मन को दसो, पहला ये मन को आपको मना वेख, मैं तेरे आके लग के अपनी जिंदगी का कितना कीमती समा बर्बाद कर लिया है। हुण इहनूं जे ना बहुता झड़कीए भी ना, जिवें छोटा बच्चा नहीं जिद कर लैंदा, जे झड़कीए ते कई वार ये भी जिद करके बह जाता, कहंदा चंगा जे तू मेरी सुननी नहीं, मैं भी नहीं तेरी सुननी। सतगुरु कहते इनू कदे प्यार नाल भी आपो, कदे झड़कोवे ते कदे इस नूं ना, इनू जिन्ना मर्जी रौला पाई जावे इहदी एक ना सुनिया जे। सतगुरु जी आखदे ना किधरे ते कहंदे कहो नानक सुन रे मना, इनू सुनाउण दा हुकम सी। अज को की गया है, बहुतात विच असी रब ते धर्म दी गल सुनन तो बाद मन नूं पुछदे आ कि मन नाल सलाह करांगे काम करना कि नहीं करना, बस यही रुकावट है। गुरु अमरदास पिता जी का बचन अज भी पढ़ांगे, रोज पढ़दे आ, ए मन मेरिया तू सदा रहो हर नाले। इनू हुक्म है भई तू रहना वाहिगुरू दे नाल, इनू पुछना नहीं तू रहेगा कि नहीं रहेगा, ये काम करेगा कि नहीं करेगा। इनू कोई पैसे की गल करो, एकदम कहेगा भी ठीक है आप तल ते ना पाइए, मता को रातों रात रुकावट ना पा दे, हुणे चलिए। साथ संगत पंजा विकारां विचों किसे एक दी वारी आवे, मौका मिले, उस वक्त ये शेर खो के आखेगा कल नहीं अज ही, अज भी नहीं कहता, उस वक्त वो ख्यालां नूं लैके उन्हां विकारां विच पहुंच ही जांदा, इतना तेज है। पर जदों इस नूं कहना होवे सचखंड हरमंदिर साहिब सुरती लै चलिए, हजूर साहिब की पवित्र धरती ते कलकवाल के चरणों सुरती लै चलिए, साथ संगत ते ओची टिकना अद्धा पौना घंटा घंटा, ते आखेगा कोई सकिंटां दी गल कर, घड़ियां ते घंटियां दी बात ना कर। साथ संगत मेरे सतगुरु पिता महाराज जी के चरणों च बैठे हो, तुसीं सतगुरु जी नूं प्यार करने वाले, नाम नूं प्यार करने वाले मैं बेनती कर रहा सा, जिस आदमी ने सुनने तो बाद एकदम कमाना शुरू किया, पहले दिन
सतगुरु ਉਹਨੂੰ ਪਹਿਲੇ ਦਿਨ ਹੀ ਕਿਸ ਤਲ ਤੇ ਲੈ ਗਏ ਤੇ ਜਿਹਨੇ ਕੇਵਲ ਇਹ ਸੋਚਣਾ ਸ਼ੁਰੂ ਕੀਤਾ, ਸੋਚਣਾ ਕੰਮ ਮੰਨਦਾ ਹੈ ਸਾਧ ਸੰਗਤ। ਤੇ ਸਤਿਗੁਰੂ ਕਹਿੰਦੇ ਜਦੋਂ ਤੂੰ ਮਨ ਨਹੀਂ ਰਹਿਣਾ ਤੇ ਸੋਚਣਾ ਕਿ, ਤੇ ਜਿਹਨੇ ਇਹ ਸੋਚਣਾ ਛੱਡ ਕੇ ਮੰਨਿਆ ਉਹ ਪਿਆਰਿਓ ਇੱਕਦਮ ਉਹਦੇ ਨੇੜੇ ਹੋਇਆ। ਤੁਸੀਂ ਜਾਣਦੇ ਹੋ ਨਾ, ਭਗਤ ਧਰੂ ਦੀ ਕੌਣ ਨਹੀਂ ਉਦਾਹਰਣ ਜਾਣਦਾ ਤੁਹਾਡੇ ਵਿੱਚੋਂ? ਸਾਰੇ ਜਾਣਦੇ ਹੋ। ਧਰੂ ਕੀ ਕਹਿ, ਮਾਂ ਵਚਨ ਕਰਦੀ ਏ, ਪਰ ਉਹ ਵਚਨ ਧਰੂ ਨੂੰ ਅੰਦਰੋਂ ਸੁਣ ਗਿਆ ਏ। ਅਸੀਂ ਸਾਡਾ ਮੈਂ ਅਗਲੀ ਗੱਲ ਕਰਨ ਲੱਗਾ ਵਾਂ, ਕਈ ਵਾਰ ਅਸੀਂ ਸਮਝਦੇ ਹਾਂ ਕਿ ਸਾਨੂੰ ਗੁਰੂ ਦਾ ਵਚਨ ਸੁਣਦਾ ਏ। ਸਾਹਿਬ ਕਹਿੰਦੇ ਹੋ ਕਮਾਨ ਦੀ ਗੱਲ ਬਾਤ ਸਾਨੂੰ ਸੁਣਦਾ ਹੀ ਨਹੀਂ ਮਾਰ ਇਹ ਵਚਨ ਗੁਰੂ ਦਾ। ਜਦੋਂ ਕਿਸੇ ਨੂੰ ਵਚਨ ਸੁਣਦਾ ਹੈ ਨਾ, ਉਹਦੀ ਕੋਈ ਹਾਲਤ ਸਤਿਗੁਰੂ ਪਾਤਸ਼ਾਹ ਜੀ ਦੱਸਦੇ ਨੇ। ਕਹਿੰਦੇ ਇਹ ਨਹੀਂ ਕਿ ਜਿਵੇਂ ਮੈਂ ਬੋਲ ਰਿਹਾ ਆਪ ਜੀ ਸੁਣ ਰਹੇ ਹੋ, ਆਪ ਜੀਆਂ ਵਿੱਚੋਂ ਕੋਈ ਬੋਲੇ ਤੇ ਕੋਈ ਹੋਰ ਸੁਣੇ ਤਾਂ ਮੈਂ ਸੁਣਾ। ਕਹਿੰਦੇ ਸਤਿਗੁਰੂ ਤੇ ਗੁਰੂ ਦਾ ਪਿਆਰਾ ਜਦੋਂ ਬੋਲੇਗਾ ਨਾ, ਉਹਦੇ ਵਚਨ ਸੁਣ ਕੇ ਅਸੀਂ ਇਸ ਤਰ੍ਹਾਂ ਨਹੀਂ ਸੁਣ ਸਕਾਂਗੇ, ਅਸੀਂ ਇਸ ਤਰ੍ਹਾਂ ਨਾ ਬੈਠ ਸਕਾਂਗੇ, ਨਾ ਸੁਣ ਸਕਾਂਗੇ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਬਚਨ ਨੇ, ਜਦੋਂ ਕਿਸੇ ਨੂੰ ਸੱਚਮੁੱਚ ਗੁਰੂ ਕੀ ਬਾਣੀ ਸੁਣੇਗੀ ਨਾ, ਭਾਵੇਂ ਕੋਈ ਬੰਦਾ ਦਿਨ ਰਾਤ ਕੋ ਨਾ ਬਾਣੀ ਪੜ੍ਹਦਾ ਹੋਵੇ, ਨਿਤਨੇਮ ਦੇ ਭੰਡਾਰ ਭਰੇ ਹੋਣ, ਉਸ ਨੇ ਸਾਧ ਸੰਗਤ ਸਤਿਗੁਰੂ ਜੀ ਦੇ ਹੁਕਮ ਵਿੱਚ ਉਹ ਰਹਿ ਕੇ ਅੰਮ੍ਰਿਤ ਧਾਰ ਵੀ ਹੋਵੇ। ਸਤਿਗੁਰੂ ਕਹਿੰਦੇ ਹੋਰ ਅੱਗੇ ਜਰਾ ਵਧੀਏ, ਕਹਿੰਦੇ ਅਜੇ ਗੁਰਬਾਣੀ ਸੁਣਨ ਦੀ ਤਿਆਰੀ ਕੋਰੀ ਅਜੇ ਸੁਣੀ ਨਹੀਂ ਹੋ। ਜਿਸ ਦਿਨ ਸੁਣੇਗੀ ਉਸ ਦਿਨ ਕੁਝ ਖਾਲਕ ਵਾਪਰੇਗੀ ਕਿ ਸਾਹਿਬ ਕਹਿੰਦੇ ਸਭ ਤੋਂ ਪਹਿਲੀ ਗੱਲ ਇਸ ਦਿਨ ਗੁਰੂ ਦਾ ਬਚਨ, ਗੁਰੂ ਦਾ ਸ਼ਬਦ, ਗੁਰੂ ਕੀ ਬਾਣੀ ਕਿਸੇ ਨੂੰ ਸੁਣਦੀ ਹੈ ਨਾ, ਉਹਦਾ ਇਹ ਮਨ ਪਿਘਲ ਜਾਂਦਾ ਹੈ। ਹੁਣ ਤੇ ਸਲਾਹਾਂ ਦਿੰਦਾ ਹੈ ਨਾ, ਜਦੋਂ ਤੁਸੀਂ ਪਿਘਲੇ ਹੋਵੋ, ਭਾਵੇਂ ਦੁਨਿਆਵੀ ਕਿਸੇ ਦੁੱਖ ਵਿੱਚ ਤੁਹਾਡੇ ਕੋਲ ਗੱਲ ਨਹੀਂ ਹੁੰਦੀ, ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ, ਇਕਾਂਤ ਭਾਲਦੇ ਹੋ, ਪਰ ਜਦੋਂ ਕਿਸੇ ਦਾ ਗੁਰੂ ਕੀ ਬਾਣੀ ਸੁਣ ਕੇ ਅੰਦਰ ਦਰਵਿਆ ਹੋਵੇਗਾ ਨਾ, ਉਦੋਂ ਸਾਧ ਸੰਗਤ ਅੰਦਰੋਂ ਕੋਈ ਖੇੜਾ ਵੀ ਹੈ, ਉਹ ਕਿਸੇ ਨਾਲ ਗੱਲ ਨਹੀਂ, ਉਹ ਤਾਂ ਇਕਾਂਤ ਪਾਲੇਗਾ, ਉਸ ਇਕਾਂਤ ਵਿੱਚ ਕੋਈ ਸੁੱਖ ਹੋਏਗਾ। ਸਤਿਗੁਰੂ ਜੀ ਆਖਦੇ ਨੇ ਪਹਿਲਾ ਬਚਨ, ਜਦੋਂ ਗੁਰੂ ਕੀ ਬਾਣੀ ਸੁਣਦੀ ਉਹਦਾ ਮਨ ਦਰਵ ਜਾਂਦਾ, ਪਿਘਲ ਜਾਂਦਾ ਹੈ, ਆਪਣੇ ਆਪ ਨੂੰ ਬਿਲਕੁਲ ਹਥਿਆਰ ਸੁੱਟ ਦੇਗਾ। ਦੂਜੀ ਗੱਲ ਕਹਿਣ ਲੱਗੇ ਸਾਧ ਸੰਗਤ, ਇਹ ਜਦੋਂ ਮਨ ਦਰਵਦਾ ਤੇ ਕੀ ਹੋਏਗਾ? ਅੱਖਾਂ ਵੀ ਰੋਣਗੀਆਂ, ਦਿਲ ਵੀ ਜਿਹੜਾ ਭਰ ਭਰ ਆਏਗਾ, ਭਰ ਭਰ ਕੇ ਅੰਦਰ ਹੀ ਤੁਸੀਂ ਘੁੱਟ ਪੀਓਗੇ। ਗਰੀਬ ਨਿਵਾਜ ਪਿਤਾ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਿਹੜਾ ਮਨ ਸਦਾ ਹੀ ਸਾਨੂੰ ਦੁਖੀ ਕਰਦਾ ਸੀ ਨਾ, ਉਹ ਮਨ ਉਹਦੇ ਪਿਆਰ ਵਿੱਚ ਭਿੱਜ ਕੇ ਸਾਧ ਸੰਗਤ ਉਹਦੇ ਚਰਨਾਂ 'ਚ ਬੈਠਾ ਉੱਠਦਾ ਜਾਂ ਬਿਠਾਏਗਾ। ਤੀਜਾ ਬਚਨ ਕਹਿੰਦੇ ਨੇ, ਜਿਹੜੀ ਸੁਰਤੀ ਕਦੇ ਵੀ ਸਾਧ ਸੰਗਤ ਸਾਈਂ ਦੇ ਘਰ ਵੱਲ ਨਹੀਂ ਸੀ ਆਈ, ਉਹ ਇੱਕਦਮ ਨਿਜ ਘਰ ਸਾਈਂ ਦੇ ਘਰ ਟਿਕੇਗੀ। ਸਤਿਗੁਰੂ ਜੀ ਦੇ ਬਚਨ ਨੇ, ਯਤਨ ਕਰਨਾ ਰਲ ਕੇ ਆਪਾਂ। ਹਜ਼ੂਰ ਕਹਿੰਦੇ ਗੁਰਬਾਣੀ ਸੁਣਤ, ਫਿਰ ਇਹ ਤੁਹਾਡੇ ਵੱਲ ਨਹੀਂ ਇਸ਼ਾਰਾ ਕਰਦੇ, ਕਹਿੰਦੇ ਦੂਜੇ ਦੀ ਤੇ ਗੱਲ ਕਰਨੀ ਨਹੀਂ ਨਾ ਆਸਾਨੇ, ਕਰਨੀ ਆਪਣੀ ਤੇ ਆਪਣੇ ਸਾਈਂ ਪਰਮੇਸ਼ਰ ਦੇ। ਕਹਿੰਦੇ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਪੀਨਾ ਨਿਜ ਕਰ ਆਵੇ ਗੁਰੂ। ਭਿੱਜੇਗਾ ਵੀ, ਦਰਵੇਗਾ ਵੀ, ਨਿਜ ਘਰ ਵੀ ਆਏਗਾ। ਧਰੂ ਨੂੰ ਬਚਨ ਸੁਣਾਇਆ ਹੈ ਤੇ ਉਹਨੂੰ ਸੁਣ ਗਿਆ ਹੈ। ਸੁਣਾਉਣ ਵਾਲੀ ਮਾਂ ਬਹੁਤ ਉੱਚੀ ਕਹਿ, ਉਹਨੇ ਅੰਦਰ ਕੋਈ ਗਿਲਾ ਸ਼ਿਕਵਾ ਨਹੀਂ, ਕੋਈ ਰੋਸ ਨਹੀਂ ਕਹਿ, ਉਹਨੇ ਕਿਸੇ ਨੂੰ ਦੋਸ਼ ਨਹੀਂ ਦਿੱਤਾ, ਮਨ ਦਾ ਇੱਕੋ ਕੰਮ ਹੈ। ਗੁਰੂ ਨਾਨਕ ਸਾਹਿਬ ਜੀ ਤਾਂ ਕਹਿੰਦੇ ਨੇ, ਰੋਸ ਨਾ ਕੀਜੈ ਅੰਮ੍ਰਿਤ ਪੀਜੈ, ਪਰ ਅਸੀਂ ਅੰਮ੍ਰਿਤ ਪੀਣ ਤੱਕ ਤਾਂ ਮਨ ਪਹੁੰਚਣ ਹੀ ਨਹੀਂ ਦਿੰਦਾ। ਰੋਸ ਹੀ ਰੋਸ, ਗਿਲੇ ਗਿਲੇ, ਹਰ ਆਦਮੀ ਨੂੰ ਵੇਖ ਲੋ ਕਿਸੇ ਨਾ ਕਿਸੇ ਲਈ ਸ਼ਿਕਾਇਤ ਲੈ ਕੇ ਬੈਠਾ ਹੈ। ਇਹ ਮਨ ਦੇ ਕੰਮ ਨੇ। ਇਹ ਸ਼ਿਕਾਇਤਾਂ ਸੁਣਨੀਆਂ ਜਾਣਦਾ ਹੈ, ਸ਼ਿਕਾਇਤਾਂ ਕਰਨੀਆਂ ਜਾਣਦਾ ਹੈ। ਰੱਬ ਦਾ ਦਿੱਤਾ ਸਾਰਾ ਕੁਝ ਇਹਦੇ ਕੋਲ ਉੱਤੇ ਪਿਆਰਿਓ, ਇਹ ਤਾਂ ਵੀ ਰੱਬ ਨੂੰ ਵੀ ਸ਼ਿਕਾਇਤ ਕਰ ਰਿਹਾ ਹੈ, ਗੁਰੂ ਸਾਹਿਬ ਤੇ ਵੀ ਦੋਸ਼ ਲਾ ਰਿਹਾ ਹੈ। ਆਪ ਹੀ ਮੈਨੂੰ ਦਿੱਤਾ, ਮੈਂ ਤੇ ਇੰਨਾ ਕੁਝ ਕਰ ਲਿਆ ਏ। ਨਿਰੰਕਾਰ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਕੋਈ ਮਾਪਿਆਂ ਨੂੰ, ਕੋਈ ਬੱਚਿਆਂ ਨੂੰ, ਹਰ ਪਾਸੇ ਸ਼ਿਕਾਇਤ ਤੇ। ਸਾਹਿਬ ਕਹਿੰਦੇ ਰੋਸ ਹੀ ਰੋਸ ਕਰਦਾ ਹੈ।
इन्हें रोष नहीं सी करना, इन्हें अमृत पीना सी, अमृत ते अमृत सी गुरु के प्यारे नाम दा, जो मेरे गरीब बनवास पिता जी ने अपने आपसियां ने रल के पीता ते सतगुरां ने पिलाया है। गरीब बनवास पिता दा बचन कह रहा सा, मां कहण वाली दा अंदर प्यारे कितना तू साईं दे प्यार भिजा होएगा, उस प्यारा भिजे कोई मां ने पुत्र नूं इन्नी गल कही, पुत्र ना दोष तेरे बाप दा, ना उस मां दा, ना सभा दा, ना लोकां दा, दोष ते केवल मेरे अपने कर्मां दा। हुण इत्थे भी असीं दो गल्लां करदे हां। ये गल जदों कोई सुत्ती कोई आत्मा कोई सुत्ते हुए मन नाल गल करेगा ना, ते निराश होकर कहेगा कि मेरे कर्म ही माड़े। ये बहुत हानिकारक है साडी जिंदगी लई जदों असीं ये कहने आ मेरी किस्मत ही इस तरह की माड़ी रब ने लिख दिते। रब तां माड़ियां किस्मतां नूं चंगियां बनाउण लई प्यारे मौके दे रिहा, असीं फिर भी कही जाते हैं कि साडी माड़ी किस्मत माड़े कर्म, कर्म उन्हें नहीं माड़े कीते, ना किस्मत उन्हें लिखे, कर्म भी साथों माड़े होए, उन्हें तां जो असीं करदे हो नाल नाल लिखी जांदा है। इत्थे बैठे हो वो वाहिगुरू कृपा करके मेहर वाले हथ चलदे वो लिख लैणगे, माड़ा कर्म करांगे उस तरह का लिखेगा। मैं बेनती कर रहा सा, जदों कोई किस्मत नूं दोष देंदा नाम नहीं जपदा, वो तां प्यारो हानिकारक एक है रब नाल प्यार पा के अंदर नूं समझ आ जाए कि इस जगत विच जो कुछ भी हो रहा है निरंकार दा हुक्म वरत रहा है, मेरे तो कर्म कोई आशी कोई ओदे सदका ये मेरे नाल इस तरह की घटना वापरी है ते इहदा फल इक्को है ते मैं उसे रब दे चरणां विच जुड़ के खिमा मंगा, ना कि लोकां नूं कुछ कहां। ध्रुव दी मां ने ऐसा कीता है, ओदा अंदर होर प्यारा नाल भर के कहंदी, पुत्र नाम नहीं जपिया जिस करके ये सारा कुछ हो है निरादर। मां जे नाम जपीए प्यो दा प्यार मिलदा है, राज भाग दा सुख मिलदा है, ते मां कहन लगी तां पुत्र नहीं, नाम दे सामने ये चीज़ां बड़ियां तुच्छ ने, मापियां दा प्यार मिलना, राज भाग दा सुख मिलना, तां कहन लगी पुत्र नाम विच इन्नियां बरकतां, इन्नियां ताकतां, इन्नियां शक्तियां, इन्ना कुछ ओदे सतगुरु जी ने भरिया परमेश्वर ने, ओदी याद अंदर ओदे नाम अंदर भी वो पूरी सृष्टि दा मालक ही बना के जिथे वो आप बैठदा उस सिंहासन तक लै जांदा है। वो गल होरे किस तरह कही होएगी, साध संगत मां ने कही ते सिद्धि भगत रूह दे अंदर वज गई। बच्चा है ना, उन्हें ओदे विचकार साडे वांगू सियाणपां नहीं जांदियां। मन जिहड़ा है ना, कई बार जो वचन सतगुरु करन उन्होंने नहीं सुनदे, आले दुआले ये टाल देणगे साडा अंदर, कदे पिछली कोई याद करा देगा जे अगे लै जाएगा कल नूं, इन्हें कोल नहीं रहन देना। यही कारण साध संगत नुकसान हुंदा है। जिस तरह मां ने कहा, पुत्र ने सुनिया, विचाले कुछ आया नहीं ते की होया तुसीं जाणदे हो। अजे 4 कदम वो तुरया नहीं, वो तुर पिया उस वक्त ते पिछे बाप भी आ गया, राज भाग दा सुख लैके भी तरते कर रहा पिछे पिछे साध संगत, पर भगत रूह नूं समझ आ गई अजे नाम वल तुरया वा 4 कदम पुट्टे ने, सारा कुछ आ गया, भरोसा वध गया, अगे तुरदा ही ते ओदे अगले कदम नूं किथे लै गए। साध संगत सतगुरु जी दा बचन है भई ओ उस उम्र विच अमर हो गया, अटल हो गया, जिथे कदे मौत नहीं पुंदी। 5 साल का बच्चा वो सचखंड वासी हो गया। असी तो जो जिहड़ा शरीर छड्ड जाए केवल ओदे लई शब्द वरतदे हैं, सचखंड वासी सतगुरु जी आखदे नहीं, जिउंदियां जी ये सुरती ते आत्मा जदों वो सत दे खंड अंदर जाट के उस सचखंड विच बैठा है। गरीब बनवास पिता जी दे कृपा वरती गुरु के प्यारिओ भगत रूप उच्चे पहुंचा। ये हुण साखी असीं लै गए 500-700 साल पिछे नूं, उदों वापरे साहब कहंदे नहीं, ये गुरु की बात नहीं प्यारिओ, ये वचन जे क्या कि जरूर इहदा कोई राज है,
ਉਹ ਮਾਂ ਨੇ ਕਿਹਾ ਕਿ ਸਿੱਧਾ ਸੁਣਿਆ, ਜੋ 4 ਕਦਮ ਪੁੱਟ ਕੇ ਰਾਜ ਭਾਗ ਉਹਦੇ ਮਗਰ ਦੁਨੀਆ ਦੇ ਸੁੱਖ। ਉਹ ਮਨਾ ਜੇ ਅੱਜ ਤੂੰ ਗੁਰੂ ਗ੍ਰੰਥ ਸਾਹਿਬ ਤੇ ਸਿੱਧੇ ਬਚਨ ਸੁਣ ਕੇ ਮੰਨ ਕੇ ਤੁਰ ਪਵੇ, ਇਹਦੇ ਤੇ ਸੋਚਣ ਨਾ ਲੱਗ ਪਵੇ, ਤੇ ਦੁਨੀਆ ਦੇ तमाम ਸੁੱਖ ਤੇਰੇ ਪਿੱਛੇ ਨਹੀਂ ਸਤਿਗੁਰੂ ਲੈ ਕੇ ਆਉਣਗੇ। ਕਿਉਂ ਨਹੀਂ ਆਉਣਗੇ? ਪਰ ਨਹੀਂ ਇਹ ਅੰਦਰੋਂ ਤੁਰਨ ਨਹੀਂ ਦੇਂਦਾ। ਘੜੀ ਮੜੀ ਸਾਰੀ ਜ਼ਿੰਦਗੀ ਪੁੱਛਣ ਤੇ ਰਹਿ ਜਾਂਦੇ ਆ, ਕੀ ਕੋਏਗਾ ਕਿਵੇਂ ਨਹੀਂ ਕੋਏਗਾ। ਸਾਹਿਬ ਕਹਿੰਦੇ ਇਹ ਨਹੀਂ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ, ਅੰਦਰੋਂ ਉੱਚੇ ਆਪਣੇ ਆਪ ਨੂੰ ਟਿਕਾ ਲੈਣਾ। ਇੱਕ ਵਾਰ ਕਰੋ ਰਸਨਾ ਪਵਿੱਤਰ, ਸਾਰੀ ਸੰਗਤ ਮਿਲ ਕੇ ਇੱਕ ਦੋ ਵਾਰ ਆਖੋ ਜੇ ਵਾਹਿਗੁਰੂ 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 ਦੇ ਇਤਿਹਾਸ ਦੇ ਪੰਨੇ ਨੇ ਇਸ ਪੱਖ ਤੋਂ ਵੇਖਿਆ ਜੇ। ਸਤ ਸੰਗਤ ਜਿਹੜਾ ਵੀ ਅੱਜ ਤੱਕ ਟਰਿਆ ਉਹ ਸੁਣ ਕੇ ਇੱਕਦਮ ਮੰਨ ਕੇ, ਜਿਹਦੇ ਵਿਚਾਰੇ ਇਹ ਮਨ ਆ ਗਿਆ ਨਾ, ਸੋਚ ਆ ਗਈ, ਉੱਥੇ ਅਸੀਂ ਰੁਕ ਗਏ ਸੀ, ਤੁਰੇ ਹੀ ਨਹੀਂ। ਸਾਧ ਸੰਗਤ ਭਾਵੇਂ ਕੋਈ 100 ਸਾਲ ਸੋਚੇ ਤੇ ਭਾਵੇਂ ਇੱਕ ਦਿਨ ਸੋਚੇ, ਆਪ ਜੀ ਨੂੰ ਪਤਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਮੇਰੇ ਪਾਤਸ਼ਾਹ ਕਿਉਂ ਹੁਕਮ ਦੇ ਰਹੇ ਹਨ, ਉਹ ਸਮਰੱਥ ਨੇ, ਉਹਨਾਂ ਦੀ ਉਹ ਜਾਣਨ। ਆਪਣੀ ਉਹਦੀ ਦਿੱਤੀ ਕੋਈ ਬੁੱਧ ਮੁਤਾਬਕ ਕੇਵਲ ਇਸ ਵਿਚਾਰ ਨੂੰ ਸਪਸ਼ਟ ਕਰਨ ਲਈ ਸਤਿਗੁਰੂ ਜੀ ਹੁਕਮ ਦੇ ਕੇ ਕਹਿਣ, ਕੋਈ ਸੰਗਤ ਆਏ, ਸੰਗਤ ਨੂੰ ਪ੍ਰਸ਼ਾਦ ਛਕਾਣਾ, ਅੱਛਾ ਤਿਆਰ ਨਹੀਂ, ਕੋਈ ਗੱਲ ਨਹੀਂ, ਜੰਡ ਤੇ ਚੜੋ, ਮਠਿਆਈਆਂ ਛਕਾਈਏ ਸੰਗਤ ਨੂੰ। ਕਿ ਸਤਿਗੁਰੂ ਪਾਤਸ਼ਾਹ ਆਪ ਉਹ ਕਰਮ ਕਰਾਵਨ ਕਾਰਨੇ ਉਹ ਨਹੀਂ ਜਾਣਦੇ ਭਈ ਜੰਡ ਦੇ ਰੁੱਖਾਂ ਨੂੰ ਤੇ ਮਿੱਠੇ ਫਲ ਨਹੀਂ ਅਸਾਂ ਲਾਏ, ਤੇ ਭਲਾ ਇਹਨਾਂ ਨੂੰ ਮਠਿਆਈਆਂ ਤੇ ਕਿਸੇ ਖਲਵਾਈ ਬਿਠਾਉਂਦੀ ਜਾਂ ਖਲਵਾਈ ਦੀ ਦੁਕਾਨ ਤੋਂ ਮੰਗਾਉਣੀਆਂ। ਪਰ ਇਹ ਕੈਸਾ ਹੁਕਮ ਹੋ ਰਿਹਾ ਹੈ ਸਾਧ ਸੰਗਤ, ਜੰਡ ਤੇ ਚੜੋ ਸੰਗਤ ਨੂੰ ਮਠਿਆਈਆਂ ਛਕਾਣੀਆਂ ਨੇ, ਹੁਕਮ ਹੁੰਦਾ ਏ, ਪਰ ਹੁਕਮ ਨੂੰ ਸੁਣ ਵਾਲਿਆਂ ਦਾ ਅੰਦਰ ਵੱਖਰੇ ਵੱਖਰੇ। ਸਾਧ ਸੰਗਤ ਕੁਝ ਖਾਮੋਸ਼ ਬੈਠੇ ਨੇ, ਗਰੀਬ ਨਵਾਜ਼ ਤੇਰੀਆਂ ਤੂੰ ਜਾਣੇ, ਅੱਜ ਜੰਡ ਦੇ ਰੁੱਖ ਤੋਂ ਮਠਿਆਈਆਂ ਕਿਉਂ ਕੇਰਨਾ ਚਾਹੁੰਦਾ ਏ। ਉਹ ਤਾਂ ਕੇਵਲ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਕਰ ਜੁੜ ਗਏ। ਕੁਝ ਉਹ ਕਹਿਣ ਸਤਿਗੁਰੂ ਜੀ ਕਿਹੜੇ ਤਰਸਵਾਨ ਨੇ, ਸਾਨੂੰ ਸਮਝਾਉਣ ਲਈ ਆਪਣੇ ਪੁੱਤਰਾਂ ਨੂੰ ਸਾਹਮਣੇ ਲਿਆ ਕੇ ਖੜਾ ਕੀਤਾ ਹੈ। ਸਾਧ ਸੰਗਤ ਉਹਨਾਂ ਦੇ ਪਰਉਪਕਾਰ ਨੇ ਵੱਡੇ। ਮੇਰੇ ਅੱਗੇ ਸੁਨੀਵੀਂ ਸੋਚ ਵਾਲੇ ਹਮੇਸ਼ਾ ਕੋਈ ਕੌਤਕ ਦੱਸਣਾ ਪਵੇ ਪਿਆਰਿਓ, ਕੋਈ ਗੁਣਾ ਵਾਲਾ ਆਪਣੇ ਨਾਲ ਜੋੜ ਕੇ ਔਗੁਣਾਂ ਦਾ ਪੱਖ ਕਿਸੇ ਦੂਸਰੇ ਨਾਲ ਜੋੜ ਕੇ ਉਦਾਹਰਨ ਦੇਣਗੇ। ਵੱਡਿਆਂ ਦੀਆਂ ਸਿਫਤਾਂ ਹੁੰਦੀਆਂ ਨੇ, ਉਹ ਔਗੁਣਾਂ ਨੂੰ ਆਪਣੇ ਨਾਲ ਜੋੜ ਕੇ ਦੱਸਣਗੇ ਤੇ ਗੁਣਾਂ ਨੂੰ ਕਿਸੇ ਨਾਲ। ਸਤਿਗੁਰੂ ਹੁਕਮ ਪੁੱਤਰਾਂ ਨੂੰ ਕਰਦੇ ਕਾਲ
अगो जवाब मिलदा है कौन दे रहा कदे जंडां दे रुखां नूं भी मिठे मठियाइयां लगियां ने सानू कवे ते असीं भी यही कुछ कहांगे क्योंकि मां ने ਅਸੀਂ ਮਨ ਨੂੰ ਪੁੱਛ ਕੇ ਤੁਰਦੇ ਹਾਂ ਸਤਿਗੁਰੂ ਨੂੰ ਤੇ ਪੁੱਛਣੇ ਨੇ ਕਹਾਂਗੇ ਮੇਰਾ ਮਨ ਨਹੀਂ ਮੰਨਦਾ ਸਤਿਗੁਰੂ ਜੋ ਮਰਜ਼ੀ ਕਹੀ ਜਾਣ ਦਾ ਸਾਫ਼ ਐਲਾਨ ਹੈ ਕਿ ਅਜੇ ਮਨ ਦੇ ਸਿੱਖਾਂ ਸਤਿਗੁਰੂ ਦੇ ਬਣੇ ਹੀ ਨਹੀਂ ਸਤਿਗੁਰੂ ਜੋ ਵੀ ਕਵੇ ਉਹ ਭਲਾ ਸੀ ਹੋਇਆ ਕਿ ਜਿਨ੍ਹਾਂ ਨੇ ਪਿਆਰਿਓ ਵਿਚਾਰ ਕੀਤੇ ਕਦੇ ਜੰਡ ਨੂੰ ਹੀ ਮਿੱਠੇ ਫਲ ਲੱਗੇ ਨੇ ਮਠਿਆਈਆਂ ਲੱਗੀਆਂ ਨੇ ਉਹਨਾਂ ਦੇ ਕਿਸੇ ਨੂੰ ਨਾ ਇੰਜ ਪਤਾ दो पुत्रां दा केवल नाम सी जानदे हां ਉਹ ਰਹਿ ਗਏ पर भाई लैणा ने हुक्म सुनिया वो एकदम जन दे रुख ते को चढ़ गए उन्होंने अंदर ख्याल नहीं आया कोई एक कैसा हुक्म दे रहे ने नहीं अंदर पता है जिथे मेरा गुरु चढ़ावेगा उथे है ही मिठे फल जेड़ा जिथे सतगुरु रोकदा सानू भावें मिठे फल नजर आउण उथे है ही निरी कुड़तन ते जहर प्यारिओ ਜਿਹੜੇ ਸਤਿਗੁਰੂ ਦੇ ਹੁਕਮ ਨੂੰ ਮੰਨ ਕੇ ਜੰਡ ਦੇ ਰੁੱਖ ਤੇ ਚੜ ਗਏ ਸਤਿਗੁਰੂ ਨੇ ਉਹਨਾਂ ਨੂੰ ਨਿਰੰਕਾਰ ਤੇ ਤਖਤ ਤੇ ਚੜਨ ਦਾ ਹੁਕਮ ਦਿੱਤਾ ਹੈ ਬਾਕੀਆਂ ਨੂੰ ਨਹੀਂ ਜਦੋਂ ਮੇਰੇ ਕਲਗੀਆਂ ਵਾਲੇ ਪਿਤਾ ਮਹਾਰਾਜ ਸੀਸ ਮੰਗਦੇ ਕਨ ਜਿਨ੍ਹਾਂ ਦੇ ਅੰਦਰ ਸੋਚ ਆ ਗਈ ਉਹ ਖਾਲੀ ਰਹਿ ਗਏ ਤੇ ਜਿਨ੍ਹਾਂ ਨੇ ਸੋਚਣ ਦੀ ਬਜਾਏ ਸਿਰਫ ਆਪਣਾ ਭੇਟ ਕਰ ਦਿੱਤਾ ਭਾਈ ਦਇਆ ਸਿੰਘ ਭਾਈ ਕਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਉਹਨਾਂ ਪੰਜਾਂ ਨੇ ਇਹ ਨਹੀਂ ਪਹਿਲਾਂ ਵਿਚਾਰਿਆ ਹੋਵੇਗਾ ਤੁਹਾਡਾ ਹੀ ਇਹ ਸਿਰ ਤੁਹਾਨੂੰ ਦੇ ਦਈਏ ਲੋਕ ਕੀ ਆਖਣਗੇ ਵੀ ਇੰਨੇ ਚਿਰ ਤੋਂ ਸਤਿਗੁਰੂ ਜੀ ਦੇ ਚਰਨਾਂ 'ਚ ਡਿੱਗੇ ਨੇ ਹੁਣ ਹੁਕਮ ਹੋਇਆ ਕਿ ਟਲਦੇ ਫਿਰਦੇ ਨੇ ਜਿੱਥੇ ਵਿਚਾਰ ਆ ਜਾਏਗੀ ਉਹ ਕਦੇ ਸੀਸ ਦੇ ਹੀ ਨਹੀਂ ਸਕਦਾ ਪਿਆਰਿਓ ਇਹ ਉਹ ਹਸਤੀਆਂ ਨੇ ਜਿਨ੍ਹਾਂ ਦੇ ਅੰਦਰ ਕੇਵਲ ਸਤਿਗੁਰੂ ਵਰਤ ਦੇ ਇਸ਼ਾਰਾ ਭਾਲਦੇ ਨੇ ਜਿੱਥੇ ਸਤਿਗੁਰੂ ਉੱਠਣ ਲਈ ਕਹਿਣ ਉੱਠਣਗੇ ਬੈਠਣ ਲਈ ਕਹਿਣ ਉੱਚ ਬਹਿਣਗੇ ਜਿਹੜਾ ਕੰਮ ਕਰਨ ਲਈ ਕਹਿਣ ਉਹ ਕਰਨਗੇ ਜੋ ਖਾਣ ਲਈ ਕਹਿਣ ਉਹ ਖਾਣਗੇ ਸਾਧ ਸੰਗਤ ਕਦੇ ਅੰਦਰ ਇਹ ਨਹੀਂ ਸਵਾਲ ਪੈਦਾ ਹੋਣ ਦੇਣਾ ਵੀ ਕਿਉਂ ਜਾਂ ਉਹਦੇ ਤੇ ਕੁਝ ਸਮਾਂ ਸੋਚਣਾ ਤੇ ਬਾਅਦ ਵਿੱਚ ਮੰਨਣਾ ਸਤਿਗੁਰੂ ਨੇ ਹੁਕਮ ਵਰਤਾਇਆ ਪੰਜਾਂ ਨੇ ਸੀਸ ਭੇਟਾ ਕੀਤਾ ਜਿਨ੍ਹਾਂ ਨੇ ਆਪਾ ਭੇਟ ਕੀਤਾ ਪਿਆਰਿਓ ਅੱਜ ਤੱਕ ਮੇਰੇ ਸਤਿਗੁਰੂ ਜੀ ਨੇ ਪੰਜ ਪਿਆਰ ਇਹ ਕਿਹਾ ਗੁਰੂ ਨਾਲ ਜੁੜਨ ਦੀ ਦਾਤ ਜਿਹੜੀ ਦੇਣੀ ਸੀ ਉਹਨਾਂ ਪੰਜਾਂ ਨੇ ਅੱਜ ਤੱਕ ਸਤਿਗੁਰੂ ਵਰਤਦੇ ਨੇ ਜੇ ਨਗਰ ਕੀਰਤਨ 'ਚ ਜਾਣਾ ਪੋਜੇ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸਰੂਪ ਕਿਧਰੇ ਸੀ ਲੈ ਕੇ ਬਾਹਰ ਜਾਣਾ ਪਵੇ ਤੇ ਸਤਿਗੁਰੂ ਅੱਜ ਤੱਕ ਇੰਨਾ ਮਾਣ ਦਿੰਦੇ ਨੇ ਕਹਿੰਦੇ ਪੰਜ ਅੱਗੇ ਲੈਣ ਸਾਡੇ ਲੱਗਣਗੇ ਤੇ ਸਤਿਗੁਰੂ ਆਪ ਉਹਨਾਂ ਦੇ ਪਿੱਛੇ ਹੋ ਕੇ ਤੁਰਦੇ ਤੇ ਸੰਗਤ ਨੂੰ ਉਹਨਾਂ ਦੇ ਪਿੱਛੇ ਤੋਰਦੇ ਨੇ ਸਤਿਗੁਰੂ ਕਹਿੰਦੇ ਤੁਸੀਂ ਹੁਕਮ ਮੰਨ ਕੇ ਤਾਂ ਸਿੱਧਾ ਵੇਖੋ ਸਾਰੇ ਜਗਤ ਤੋਂ ਅੱਗੇ ਤੁਹਾਨੂੰ ਲੈ ਕੇ ਜਾਵਾਂਗੇ ਪਰ ਪਾਪੀ ਮਨ ਮੰਨਣ ਨਹੀਂ ਦਿੰਦਾ ਇਹ ਸੋਚਾਂ ਚ ਲੈਂਦਾ ਹੈ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਸੋਚ ਨਾ ਤੂੰ ਉਹ ਕੇਵਲ ਕੰਮ ਕਰ ਅਟਕ ਦਰਿਆ ਚੜ ਗਿਆ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਅੱਧੀਆਂ ਉਧਰ ਨੇ ਆਪ ਪਿੱਛੇ ਵੀ ਤਾਕਤ ਉਧਰ ਨਾ ਪਹੁੰਚੀ ਪਹੁੰਚੇ ਤਾਂ ਉਧਰ ਭਾਰਤੀ ਸਿੱਖ ਫੌਜਾਂ ਦਾ ਨੁਕਸਾਨ ਹੋਣਾ ਹੈ ਹੁਣ ਕੀਤਾ ਕੀ ਜਾਵੇ ਉਹ ਕਹਿ ਰਹੇ ਹੋ ਬਾਬਾ ਵੀਰ ਸਿੰਘ ਜੀ ਮਰੰਗਾ ਪਾਪਾ ਨੇ ਮਹਾਂਪੁਰਖ ਹੋਏ ਨੇ ਆਪ ਜੀ ਨੂੰ ਪਤਾ ਹੋਵੇ ਬਾਬਾ ਸਾਹਿਬ ਸਿੰਘ ਜੀ ਬੇਦੇ ਜਿਨ੍ਹਾਂ ਨੇ ਸਿੱਖ ਜਿਹੜੀਆਂ ਮਿਸਲਾਂ ਸੀ ਇਹਨਾਂ ਨੂੰ ਇਕੱਠੀਆਂ ਕੀਤਾ ਸਾਧ ਸੰਗਤ ਸੁਲਾਹ ਕਰਾਈ ਰਣਜੀਤ ਸਿੰਘ ਇਹਨੂੰ ਰਾਜ ਭਾਗ ਦੀਵਾਨ ਵਿੱਚ ਬਾਬਾ ਸਾਹਿਬ ਸਿੰਘ ਬੇਦੀ ਦਾ ਬਹੁਤ ਵੱਡਾ ਖਾਤਕ ਹੈ ਉਹਨਾਂ ਦਾ ਕਿਆ ਨਹੀਂ ਸੀ ਕੋਈ ਮੋੜਦਾ ਉਹਨਾਂ ਦੇ ਕੋਲ ਆਪਣੇ ਕੋਲ ਫੌਜਾਂ ਸੰਗਤ ਸੰਤ ਸਿਪਾਹੀ ਦਾ ਗੁਣ ਸੇ 12,000 ਪ੍ਰਾਣੀ ਉਹਨਾਂ ਦੇ ਕੋਲ ਖਲੋਏ ਲੰਗਰ ਪ੍ਰਸ਼ਾਦ ਛਕਦੇ ਸਨ ਉਹਨਾਂ ਜਿਨ੍ਹਾਂ ਭਾਂਡਿਆਂ ਚ ਲੰਗਰ ਤਿਆਰ ਕਰਦੇ ਹੁੰਦੇ ਉਹ ਕੜਾਏ ਬੜੇ ਬੜੇ ਵੱਡੇ ਪਿਆਰਿਓ ਕਿਸੇ ਬੈਠਾਂ ਦੇ ਪਿੱਛੇ ਬੰਨ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਮੂਵ ਕੀਤੇ ਜਾਂਦੇ ਸਨ ਖੈਰ ਉਹਨਾਂ ਨੇ ਕੀ ਬਾਬਾ ਵੀਰ ਸਿੰਘ ਨਰੰਗਾਬਾਦ ਜੀ ਬਾਬਾ ਭਾਗ ਸਿੰਘ ਪੁਰੇ ਬਾਬਾ ਖੁਦਾ ਸਿੰਘ ਇਹ ਪੂਰਨ ਹਸਤੀਆਂ ਨੂੰ ਸਾਧ ਸੰਗਤ ਜਿੱਥੇ ਰੱਬ ਨਾਲ ਜੋੜਿਆ ਉੱਥੇ ਨਾਲ ਸਿੱਖ ਰਾਜ ਦੇ ਅੰਦਰ ਇਹਨਾਂ ਤੋਂ ਨਾਲ ਆਖਿਆ ਵੀ ਇਹ ਸੇਵਾ ਕਰਨੀ ਹੈ ਕਈ ਰੂਪ ਬਣਾ ਕੇ ਉਹਨਾਂ ਨੇ ਸੇਵਾ ਕੀਤੇ ਮੈਂ ਬੇਨਤੀ ਕਰ ਰਿਹਾ ਸਾਂ ਜਦੋਂ ਉਹ ਦਰਿਆ ਪਾਰ ਕਰਨਾ ਹੈ
महाराजा रणजीत सिंह कहता है बाबा वीर सिंह जी पंजाब के महापुरखो हुण की कीता जावे, करो किरपा। कहने लगे गुरु नानक साहब के चरणों च अरदास करके चले जाओ। दरिया च वड़दे कहन पार कोरियां फौजां, पर कुछ मन वाले हमेशा रहे ने, अज भी ने पिछे भी सन। जदों पार को ऐकन छोड़ा रह गया, कुछ वो सन जिन्हां दे अंदर ही ख्याल आ गया पानी वैसे नीवा हो गया होना है। हर गल लोकी रब नाल धर्म नाल गुरु नाल जोड़ जाते, मन एहो जिहियां तर्कां करता है, इनू चंगा नहीं लगता। ये गल कही है ना कि सारा कुछ रब के हुक्म विच हो रहा, लै कहंदा किवें हो गया, नहीं ये मनण नूं तैयार नहीं। वो जिन्हां ने तर्क कीती ना मन दे अंदर, जदों ही पुरना आया भी लै ये तां वैसे ही हो गया। एवें महापुरख जिहड़े कन रब दे प्यारे, उन्हां नूं ये चली जाती गल पई उन्हां दे बचनां नाल अरदास नाल होया कि उहदी अरदास विच ताकत है। अरदासां च ताकत नहीं हुंदी, ताकत अमालक सतगुरु है जिहदे दर ते खलोते कोने आ, ओनू लाज हुंदी, ओने विरते पैज रखनी हुंदी है। होर क्या दो शब्दां विच कोई उतारियो ताकत है नहीं, ओनू भा जाण, वो अपनी शक्ति आप वरताउंदा है। जदों ही अंदर पुरना आया बस उदों ही साध संगत उस वक्त लहर आई, उन्होंने सदा लई रोड़ के अपने नाल के लै गए। मैं बेनती करा जदों ता अंदर हुक्म मन्निया जावे सीधा, जो सतगुरु कहन उन्होंने कमाइए। ते प्यारे डुबदियां नूं भी सतगुरु तार देंदे कहन, पर जदों विचाले ये मन आके तर्क वितर्क करे की कह सोच आ जावे, उदों बेड़े पार हुंदे हुंदे भी डुब जाते ने। दरिया विच तां कदे कदे लोग डुबदे तुसीं वेखोगे, पर इस तृष्णा दीयां लहरां मन दे ख्यालां दी दरिया साध संगत साडे अंदर वग रहे। ये ख्यालां दे जिहड़े बहुत वड्डियां नदियां नाले कन, उन्हां चों कुरे किन्नियां कुछ जिंदगियां रुड़ गईयां ते रुड़दियां जा रहीआं ने। सानू हुक्म कीता मेरे सतगुरु जी ने ते रोज को होया, अज भी होया है। हजूर कहंदे तित सरवरड़ है पहिले निवासा, पानी पावक तिनै किया। ये जिहड़ा संसार है ना, ये साध संगत एक मानो बहुत वड्डा तलाब कै सरोवर कै, इहदे अंदर की कै पानी कादा कै तृष्णा दी अग दा। पंख जो मोह पग नहीं चालै, मोह दा चिक्कड़ कै। इहदे विचों असीं साध संगत साडा पैर चलदा ही नहीं अगे। सारी जिंदगी ओही दुनियावी मंगा, ओही दुनियावी ख्याल, ओही प्यारे होर की मोह दा चिक्कड़ कोई बाहरों दिसना है। जिन्ना चिर साडे अंदर अजे मंगा कायम ने, तृष्णा दीयां लहरां उठ रहीआं ने बार बार, असीं किसी खास जगह ते खास लोकां नूं खास जियां नूं अपना बना के केवल तुरे कोए आ, बाकियां नूं नहीं। सब कहंदे अजे पग पुटिया ही नहीं, पैर अगे अजे वधिया ही नहीं। हजूर कहंदे ये एक दो दी हालत नहीं कह, हम देखा तै डूबियले पूरे किन्ने को लोग डुब गए ते डुबते जा रहे हैं। ते अगला बचन भला की कौन डूबदा? लोग डूबदे, काम डूबदा, देश डूबदा नहीं, कहंदे मन डूबदा है। इहनूं तां झिड़किया नहीं ना, कहंदे मन एक ना चेतस। मना तू किन्ना कुछ सानू चेता कराया है, जे केड़ा चंगा होवे तू एक वाहिगुरू नूं चेता करा देंदा। इहनूं की शब्द वरते जदों रब नूं नाल ये चेता नहीं करन देंदा। कहंदे मन एक ना चेतस मूड़ मना, मूर्ख मना केड़े ख्यालां विच सानू तू पा लिया है। हर विसरत तेरे गुण गलिया, रब नूं भुल के तेरे गुण गल रहे ने, जिंदगी मुक रही है, तू अजे सोचां विच ही पिया है। साध संगत हैरान कोई दाए, पता नहीं कल तू किहो जे हालात बनन। 80-82 साल का बुजुर्ग, मालिक ने कृपा की, शरीर बिल्कुल तंदुरुस्त है, बच्चे व्याहे, धीआं व्याहियां, पोतरे व्याहण वाले कन। काफी समा गुरु काल ओनू कौन उत्थे नौकरी करता सी कन, ओदी गल करदा बहुत प्यार वाली आत्मा मार्ग दुनियावी तौर ते
ਆਸਰੇ ਸੀ ਕਹਿੰਦਾ ਨੂੰ ਸੋਚਣਾ ਪਿਆ ਵਾ ਕਿ ਕਿਸੇ ਨਾਲ ਰਲ ਕੇ ਨਾ ਘਰ ਦਾ ਕੰਮ ਮੈਨੂੰ ਕਾਫੀ ਆਉਂਦਾ ਹੈ, ਕੋਈ ਮੇਰੇ ਨਾਲ ਮਿਲ ਜਾਏ ਪਰ ਮੁੰਡਿਆ ਉਹ ਨਾਲ ਲਾ ਕੇ ਨਾ 10-12 ਸਾਲ ਡਟ ਕੇ ਅਸੀਂ ਇਹ ਘਰ ਦਾ ਕੰਮ ਕਰਕੇ ਨਾ 4 ਪੈਸੇ ਬਣਾਈਏ। 80 ਸਾਲ ਤੋਂ ਬਾਅਦ ਅਜੇ ਉਹ ਸਲਾਵਾਂ ਚੱਲ ਰਹੀਆਂ ਕਨ, ਪੋਤਰੇ ਵੀ ਅਗੂ ਵਿਆਹਣ ਵਾਲੇ ਹੋ ਗਏ ਕਨ। ਇਹ ਮਨ ਮੇਰੇ ਕਹਿਣ ਤੋਂ ਇੱਕ ਦੀ ਬਾਤ ਨਹੀਂ, ਘਰ ਦੀ ਸਾਡੀ ਗੱਲ ਹੈ। ਮਨ ਰੱਬ ਵੱਲ ਕਦੋਂ ਫੈਸਲਾ ਕਰੇਗਾ? ਜਦੋਂ ਇਹ ਕਵੇ ਕਿ ਚਲੋ ਹੁਣ ਇਹਨਾਂ ਕੁ ਹੋ ਗਿਆ, ਹੁਣ ਕੇਵਲ ਤੇ ਕੇਵਲ ਇਸ ਜ਼ਿੰਦਗੀ ਨੂੰ ਸਫਲ ਕਰਨ ਲਈ ਉਹ ਗੁਣ ਇਕੱਠੇ ਕਰੀਏ ਜਿਹੜੇ ਗੁਣ ਮੇਰੇ ਸਤਿਗੁਰੂ ਜੀ ਆਖਦੇ ਸਿੱਖਾਂ ਜੇ ਤੇਰੇ ਕੋਲ ਹੋਣ ਤੇ ਤੂੰ ਰੱਬ ਵਰਗਾ ਹੀ ਹੋ ਜਾਵੇਂਗਾ। ਸਾਧ ਸੰਗਤ ਸਤਿਗੁਰੂ ਕਹਿੰਦੇ ਸਮਾਨ ਨੇ ਕਦੇ ਨਹੀਂ ਲੱਗਣ ਦੇਣਾ, ਇਹਨੂੰ ਸੋਚਣਾ ਇਹਦਾ ਬੰਦ ਕਰਵਾ ਕੇ ਕਹਿੰਦੇ ਇਸ ਰਾਹ ਤੇ ਤੁਰਨਾ। ਅਸੀਂ ਇਹਨਾਂ ਆਉਣ ਵਾਲੇ 2 ਦਿਨਾਂ ਵਿੱਚ ਸਤਿਗੁਰੂ ਦੀ ਕਿਰਪਾ ਨਾਲ ਵੇਖਾਂਗੇ। ਪਹਿਲਾ ਪੜਾਅ ਹੈ ਇਸ ਰਸਤੇ ਤੇ ਤੁਰਨਾ ਕੀ ਔਖਾ ਹੈ, ਮਨ ਤੁਰਨ ਹੀ ਨਹੀਂ ਦੇਂਦਾ। ਕਈ ਵਾਰ ਤਾਂ ਜ਼ਿੰਦਗੀ ਲੰਘ ਜਾਂਦੀ ਏ, ਅਸੀਂ ਉਸ ਸੜਕ ਤੇ ਪੈਰ ਹੀ ਨਹੀਂ ਧਰਦੇ ਸਾਧ ਸੰਗਤ, ਪਰ ਜਿਨ੍ਹਾਂ ਤੇ ਕਿਰਪਾ ਹੋਵੇ ਉਹ ਤੁਰਦੇ ਨੇ। ਦੂਸਰਾ ਇਹਦੇ ਤੋਂ ਔਖਾ ਕੰਮ ਹੈ ਤੁਰੇ ਰਹਿਣਾ। ਜਿਹੜਾ ਸਾਧ ਸੰਗਤ ਜਦੋਂ ਸੜਕ ਤੇ ਤੁਰਾਂਗੇ ਨਾ ਉਦੋਂ ਹੀ ਸਾਨੂੰ ਪਤਾ ਲੱਗਣਾ ਨਾ ਰਸਤੇ ਦੀਆਂ ਕੀ ਲੋੜਾਂ, ਕਿੰਨਾ ਖਰਚਾ ਚਾਹੀਦਾ, ਕੀ ਮੁਸ਼ਕਲਾਂ ਨੇ, ਕੀ ਇਹਦੇ ਪ੍ਰਾਪਤੀਆਂ ਨੇ। ਜਦੋਂ ਕੋਈ ਰਾਹ ਤੇ ਤੁਰਦਾ ਨਾ ਨਾਮ ਤੇ ਪਿਆਰਿਓ ਬਾਣੀ ਪੜ੍ਹ ਕੇ ਸੱਚੀਮੁੱਚ ਇਸ ਰਸਤੇ ਤੇ ਤੁਰਦਾ, ਸਤਿਗੁਰੂ ਉਹਦੀ ਝੋਲੀ ਵਿੱਚ ਬਰਕਤਾਂ ਕਿਹੜੀਆਂ ਪਾਉਂਦੇ ਨੇ ਤੇ ਉਹਦੇ ਰਸਤੇ ਵਿੱਚ ਰੁਕਾਵਟਾਂ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ। ਕੱਲ ਦੁਪਹਿਰ ਤੇ ਦੀਵਾਨ ਵਾਹਿਗੁਰੂ ਕੱਲ ਰਾਤਰੀ ਦੇ ਦੀਵਾਨ ਵਿੱਚ ਵਿਚਾਰ ਕਰਾਂਗੇ ਤੇ ਪਰਸੋਂ ਸਤਿਗੁਰੂ ਜੀ ਦੀ ਕਿਰਪਾ ਨਾਲ ਤੀਸਰਾ ਇਹ ਦੂਸਰਿਆਂ ਨੂੰ ਨਾਲ ਲੈ ਕੇ ਤੁਰਨਾ, ਇਹ ਉਹਦੇ ਤੋਂ ਹੀ ਔਖਾ ਕੰਮ ਹੈ। ਪਹਿਲਾ ਤੁਰਨਾ, ਦੂਸਰਾ ਤੁਰੇ ਰਹਿਣਾ ਤੇ ਤੀਸਰਾ ਹੈ ਸਾਧ ਸੰਗਤ ਦੂਸਰਿਆਂ ਦਾ ਜਿਹੜਾ ਭਲਾ ਮੰਗਦੇ ਹੋ ਇਹਦੀ ਕੀ ਕਹਾਣੀ, ਦੂਸਰਿਆਂ ਨੂੰ ਨਾਲ ਲੈ ਕੇ ਤੁਰਨਾ। ਸਭ ਤੋਂ ਪਹਿਲਾਂ ਤੇ ਇੱਕੋ ਹੀ ਅਰਦਾਸ ਕਰੀਏ, ਹਮ ਅੰਧਲੇ ਅੰਧ ਵਿਖੈ ਵਿਖਰਾਤੇ ਕਿਉਂ ਚਾਲੈ ਗੁਰ ਚਾਲੀ। ਬਾਹਰੋਂ ਚੱਲਣਾ ਸੌਖਾ ਹੈ, ਅੰਦਰੋਂ ਚੱਲਣਾ ਬਹੁਤ ਔਖਾ ਹੈ, ਤਾਂ ਕਿਉਂਕਿ ਇਹ ਮਨ ਔਖਾ ਕਰਦਾ, ਚੱਲਣ ਨਹੀਂ ਦਿੰਦਾ। ਤੇ ਸਤਿਗੁਰੂ ਕੋਲ ਹੀ ਕਰਤਾ ਲੈਣਾ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ ਜੀ। ਸਾਨੂੰ ਆਪਣਾ ਪੱਲਾ ਪਕੜਾਓ ਤੇ ਤੋਰ ਲਵੋ, ਸਾਡੇ ਤੋਂ ਤੁਰਿਆ ਨਹੀਂ ਤੇ ਜਾਂਦਾ। ਸਾਧ ਸੰਗਤ ਸਤਿਗੁਰੂ ਆਖਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ। ਭਾਈ ਚੱਲਣਾ ਛੇਤੀ ਚੱਲਣਾ, ਜੋ ਗੁਰ ਕਹੇ ਸੋਈ ਪਲ ਮਾਨੋ। ਜੋ ਸਤਿਗੁਰੂ ਕਹੇ ਬਸ ਉਹਨੂੰ ਭਲਾ ਕਰਕੇ ਮੰਨਣਾ ਹੈ, ਉਹਦੇ ਵਿੱਚ ਸੋਚਣਾ ਇਸ ਮਨ ਨੂੰ ਲਿਆਉਣ ਦਈਏ। ਹਰ ਹਰ ਕਥਾ ਨਿਰਾਲਤੀ, ਜਿਵੇਂ ਵਾਹਿਗੁਰੂ ਆਪ ਸਾਡੇ ਜੀਵਨ ਦੀ ਕਥਾ, ਜੀਵਨ ਦੀ ਕਹਾਣੀ ਦੁਨੀਆ ਨਾਲ ਵੱਖਰੀ, ਸੁਖ ਦੇਣ ਵਾਲੀ, ਕੋਈ ਸ਼ਾਂਤੀ, ਕੋਈ ਪਿਆਰਾ ਮੇਰਾ ਨਾਲ ਭਰੀ ਕੋਈ ਜੀਵਨ ਦੀ ਕਹਾਣੀ ਹੋਏਗੀ ਜਿਹੜੀ ਸਤਿਗੁਰੂ ਜੀ ਨੇ ਜਗਤ ਤੇ ਆ ਕੇ ਵਰਤਾਈ। ਸਤਿਗੁਰੂ ਦੀ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਨੂੰ ਸਭਨਾਂ ਨੂੰ ਆਪ ਉਹ ਰਹਿਮਤ ਕਰਕੇ ਉਸ ਪਿਆਰ ਵਾਲੇ ਰਸਤੇ ਤੇ ਤੋਰਨ, ਮਨ ਤੋਂ ਆਜ਼ਾਦ ਕਰਵਾਉਣ ਤੇ ਆਪਣੇ ਗੁਲਾਮ ਬਣਾ ਲੈਣ। ਸਾਧ ਸੰਗਤ ਇਹ ਗੱਲ ਕਹਿ ਕੇ ਸਮਾਪਤੀ ਕਰਾਂਗਾ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਮਨ ਤੋਂ ਆਜ਼ਾਦ ਹੋਣਾ ਤੇ ਗੁਰੂ ਦੇ ਗੁਲਾਮ ਹੋਣਾ। ਸਾਧ ਸੰਗਤ ਬਸ ਇਹਦੇ ਨਾਲ ਕੀ ਇਹ ਸਾਰੀ ਸਿੱਖੀ ਦੇ ਜਿਹੜੀਆਂ ਦਾਤਾਂ ਨੂੰ ਝੋਲੀ ਪੈਂਦੀਆਂ ਨੇ, 2 ਸ਼ਬਦ ਨੇ, ਇੱਕ ਨੌਕਰ ਤੇ ਇੱਕ ਗੁਲਾਮ ਹੋਣਾ। ਸਤਿਗੁਰੂ ਸਾਨੂੰ ਕਦੇ ਨਹੀਂ ਕਹਿਣਗੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਨੌਕਰ ਬਣੋ, ਕਹਿੰਦੇ ਗੁਲਾਮ ਬਣ ਜਾਓ। ਗੁਲਾਮ ਪਿਆਰ ਵਾਲੇ ਸ਼ਬਦ ਵਰਤਣਗੇ ਨਾ, ਕਹੇ ਕਬੀਰ ਗੁਲਾਮ ਕਰਕਾ ਜਿਆਏ ਭਾਵੇਂ ਮਾਰ। ਪੰਚਮ ਪਿਤਾ ਜੀ ਆਖਣਗੇ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ, ਕਰ ਕਿਰਪਾ ਮੋਇ ਨਾਮ ਦਿਓ ਨਾਨਕ ਦਾਸ ਸਰੀਤਾ। ਸਰੀਤਾ ਮੀਨ ਗੁਲਾਮ, ਲਾਲਾ ਗੋਰਾ ਪੂਜਾ ਅਮੁੱਲ ਕਰੇ ਤੇ ਲਾਤਾ ਗੋਰਾ। ਨੌਕਰ ਤੇ ਗੁਲਾਮ ਵਿੱਚ ਭਲਾ ਕੀ ਅੰਤਰ ਹੈ? ਨੌਕਰ ਨੂੰ ਸਾਧ ਸੰਗਤ ਜਿੰਨੇ ਘੰਟੇ ਉਹ ਕੰਮ ਕਰੇਗਾ ਤੁਸੀਂ ਪੈਸੇ ਦੇਵੋਗੇ, ਉਹ ਕੰਮ ਕਰੇਗਾ, ਨਹੀਂ ਦੇਵੋਗੇ ਉਹ ਕੰਮ ਛੱਡ ਦੇਵੇਗਾ। ਉਹਦਾ ਪੈਸੇ ਨਾਲ ਮਤਲਬ ਹੈ ਤੁਹਾਡਾ ਵਿਗੜੇ, ਤੁਹਾਡਾ ਸੜੇ, ਤੁਸੀਂ ਬਹੁਤ ਅਮੀਰ ਹੋ ਗਰੀਬ ਹੋ, ਤੁਹਾਡੇ ਨਾਲ ਕੋਈ ਵਾਸਤਾ ਨਹੀਂ।
ਤੁਹਾਡੇ ਬੱਚੇ ਰੋਣ ਹੱਸਣ, ਤੁਹਾਡਾ ਘਰ ਢਵੇ ਨਾ ਢਵੇ। ਉਹ ਕਹਿੰਦਾ ਮੈਨੂੰ ਤਾਂ ਜੇ ਪੈਸੇ ਦਿਓਗੇ ਤੇ ਮੈਂ ਤੇਰੇ ਕੋਲ ਕੰਮ ਕਰਨਾ, ਹੋਰ ਕੁਝ ਨਹੀਂ। ਨੌਕਰੀ ਏ, ਗੁਲਾਮ ਦਾ ਕੀ ਮਤਲਬ ਏ? ਗੁਲਾਮ ਨੇ ਆਪਣੀ ਮਰਜ਼ੀ ਨਹੀਂ ਕਦੇ ਕਰਨੀ ਤੇ ਅੱਜ ਮੈਨੂੰ ਬੁਖਾਰ ਹੋ ਗਿਆ ਮੈਂ ਕੰਮ ਨਹੀਂ ਕਰਨਾ। ਗੁਲਾਮ ਨੇ ਇਹ ਨਹੀਂ ਕਹਿਣਾ ਮੇਰੇ ਬੱਚੇ ਰੋਂਦੇ ਨੇ, ਮੇਰੀ ਮਜਬੂਰੀ ਏ। ਨਹੀਂ, ਗੁਲਾਮ ਨੂੰ ਤਾਂ ਜਿੱਥੇ ਮਾਲਕ ਕਵੇਗਾ ਬੈਠਣਾ ਬੈਠਣਾ ਪਵੇਗਾ, ਜੋ ਖਾਣ ਨੂੰ ਦੇਵੇ ਉਹ ਖਾਵੇਗਾ, ਜਿੱਥੇ ਸਵਾਏ ਉਹ ਸਵੇਗਾ। ਸਤਿਗੁਰ ਕਹਿੰਦੇ ਹੋ ਕਦੇ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੁਲਾਮੀ ਕਰਕੇ ਵੇਖੋ। ਦੁਨੀਆ ਦੀ ਗੁਲਾਮੀ ਕਰੀਏ ਇਹ ਭੀਖ ਮੰਗਣ ਤੇ ਮਜਬੂਰ ਕਰਦਾ ਏ, ਗੁਰੂ ਦੀ ਗੁਲਾਮੀ ਕਰੀਏ ਤੇ ਸਤਿਗੁਰੂ ਤਖਤਾਂ ਤੇ ਬਿਠਾਉਂਦੇ ਨੇ। ਇਹਦੀ ਗੁਲਾਮੀ ਕਰਨੀ ਸਾਧ ਸੰਗਤ। ਭਾਈ ਗੁਰਦਾਸ ਸਾਹਿਬ ਕਹਿੰਦੇ ਰੱਬ ਕਰੇ ਹਰ ਜੀਵ ਸਤਿਗੁਰੂ ਪਰਮੇਸ਼ਰ ਦਾ ਗੁਲਾਮ ਬਣ ਜਾਵੇ, ਨੌਕਰਾਂ ਦੀ ਤਰ੍ਹਾਂ ਨਾ ਤੇ ਇਹਨਾਂ ਕੁ ਪਾਠ ਕੀਤਾ, ਇਹਨਾਂ ਕੁ ਮੈਨੂੰ ਸੁੱਖ ਮਿਲ ਗਿਆ, ਹੁਣ ਇਹਨਾਂ ਕੁ ਕਰਦਾਗਾ ਫਿਰ ਮਿਲ ਜਾਏਗਾ ਜੀ। ਸਾਹਿਬ ਕਹਿੰਦੇ ਨਹੀਂ ਉਹਦੇ ਹੋ ਜਾਈਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪਤਾ ਜੀਣਾ ਸਾਧ ਸੰਗਤ, ਜਦੋਂ ਕੋਈ ਤੋਤਾ ਆਜ਼ਾਦ ਹੋਵੇ ਤੇ ਉਹ ਕੇਵਲ ਆਪਣੀ ਬੋਲਤੀ ਬੋਲਦਾ ਹੈ। ਜੇ ਕਿਸੇ ਕਰਮਾਂ ਵਾਲੇ ਗੁਰਮੁਖ ਦੀ ਉਹ ਗੁਲਾਮੀ ਕਰ ਲਵੇ, ਪਿੰਜਰੇ 'ਚ ਬੰਦ ਕਰੇ, ਉਹਨੂੰ ਰਾਮ ਰਾਮ ਪੜਾਉਂਦਾ ਏ, ਚੂਰੀ ਵੀ ਮਿਲਦੀ ਏ ਤੇ ਰਾਮ ਰਾਮ ਉਹ ਜਪਦਾ ਏ। ਸਾਧ ਸੰਗਤ ਕਹਿੰਦੇ ਚਕਵੀ ਤੇ ਚਕਵੇ ਨੂੰ ਨਾ ਇਹ ਕਹਾਣੀ ਏ ਵੀ ਇਹ ਤਾਂ ਵਿਛੜਦੇ ਨੇ, ਇਹਨਾਂ ਨੂੰ ਕਿਸੇ ਦਾ ਸਰਾਪ ਲੱਗਾ ਏ, ਰਾਤ ਪੈਂਦੀ ਹੈ। ਇਹ ਅਕਸਰ ਦਰਿਆਵਾਂ ਦੇ ਕਿਨਾਰੇ ਤੇ ਕੋਣ ਕਾਰਨ ਵਿਛੜ ਜਾਂਦੇ ਕਨ, ਰਾਤ ਨੂੰ ਉਡੀਕਦੇ ਕਦੋਂ ਸੂਰਜ ਚੜ੍ਹੇ ਤੇ ਮਿਲੀਏ। ਇਹ ਸਾਰੀ ਰਾਤ ਇੱਕ ਦੂਸਰੇ ਦੇ ਵਿਛੋੜ ਦੇ ਦਰਦਾਂ ਦੇ ਗੀਤ ਗਾਉਂਦੇ ਨੇ। ਪਰ ਕਹਿੰਦੇ ਜੇ ਭਲਾ ਇਹ ਵਿਛੜੇ ਹੋਇਆਂ ਨੂੰ ਕੋਈ ਚਕਵੀ ਚਕਵੇ ਨੂੰ ਗੁਲਾਮ ਬਣਾ ਕੇ ਪਿੰਜਰੇ 'ਚ ਬੰਦ ਕਰ ਲਏ, ਉਹਨਾਂ ਦਾ ਦੁੱਖ ਘਟੇਗਾ, ਵਿਛੋੜਾ ਪੈਣਾ ਹੀ ਕੋਈ ਨਹੀਂ, ਉਹ ਸਦਾ ਤੋਂ ਮਿਲ ਗਏ। ਜੇ ਤੋਤੇ ਨੂੰ ਪਿੰਜਰੇ ਵਿੱਚ ਗੁਰੂ ਕੇ ਪਿਆਰ ਤੋਂ ਬੰਦ ਕਰ ਲਿਆ, ਇਸ ਗੁਲਾਮੀ ਨੇ ਬਿੱਲੇ ਆਦਤ ਤੋਂ ਵੀ ਬਚਾਇਆ ਤੇ ਨਾਲ ਇਹਨੂੰ ਚੂਰੀ ਵੀ ਮਿਲੀ, ਬੈਠੇ ਨੂੰ ਨੇ ਰਾਮ ਜਪਿਆ, ਚੰਗਾ ਕੰਮ ਕੀਤਾ। ਸਾਧ ਸੰਗਤ ਬਾਦ ਖੁੱਲਾ ਪੋਵੇ ਤੇ ਕਈਆਂ ਦੇ ਇਹ ਘਾਤ ਕਰਦਾ ਏ। ਜੇ ਇਹਨੂੰ ਗੁਲਾਮ ਬਣਾ ਦਿੱਤਾ ਜਾਵੇ, ਖੁਰਾਕ ਵਿੱਚ ਬਸ ਇਹਨੂੰ ਚਾਹੀਦੀ ਏ, ਇਹ ਐਵੇਂ ਨਹੀਂ ਜੀਵਾਂ ਤੇ ਕਮਲਾ ਕਰੇਗਾ। ਭਾਈ ਗੁਰਦਾਸ ਸਾਹਿਬ ਕਹਿੰਦੇ ਹੋ ਇਸ ਮਨ ਬਾਤ ਨੂੰ ਖੁੱਲਾ ਨਾ ਰਹਿਣ ਦਿਓ, ਇਹਨੂੰ ਗੁਰੂ ਸਾਹਿਬ ਜੀ ਦੇ ਸ਼ਬਦ ਤੇ ਨਾਮ ਦੇ ਪਿੰਜਰੇ 'ਚ ਬੰਦ ਕਰ ਲਓ। ਇਸ ਤੋਤੇ ਦੀ ਤਰ੍ਹਾਂ ਇਸ ਮਨ ਨੂੰ ਕਹੀਏ, ਤੋਤਿਆ ਤੂੰ ਆਪਣੀ ਨਾ ਸੁਣਾ, ਮੇਰੀ ਸੁਣ ਜੋ ਮੈਂ ਕਹਿਣਾ ਵਾ। ਉਹ ਤੋਤੇ ਨੂੰ ਰਾਮ ਪੜਾਉਂਦਾ, ਇਸ ਮਨ ਨੂੰ ਪੜਾ ਦਈਏ। ਸਾਧ ਸੰਗਤ ਜੇ ਚਕਵੀ ਤੇ ਚਕਵੇ ਨੇ ਪਿੰਜਰੇ 'ਚ ਬੰਦ ਹੋਏ ਤੇ ਵਿਛੋੜਾ ਨਹੀਂ ਕਦੇ ਪਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਗੁਰੂ ਕੇ ਪਿੰਜਰੇ ਸ਼ਬਦ ਵਿੱਚ ਬੰਦ ਹੋਈਏ, ਸਤਿਗੁਰੂ ਰੱਬ ਨਾਲ ਕਦੇ ਵਿਛੋੜਾ ਨਹੀਂ ਪੈਣ ਦੇਣਗੇ। ਉਹਦੀ ਗੁਲਾਮੀ ਚੰਗੀ, ਪਰ ਇਸ ਮਨ ਤੋਂ ਆਜ਼ਾਦ ਹੋਈਏ। ਦੁਨੀਆ ਨੇ ਗੁਲਾਮ ਕੀਤਾ ਸੀ, ਮਨ ਦੇ ਗੁਲਾਮ ਹੋਏ ਫਿਰਦੇ ਆ। ਸਤਿਗੁਰੂ ਕਿਰਪਾ ਕਰਨ, ਇਸ ਗੁਲਾਮੀ ਤੋਂ ਆਜ਼ਾਦੀ ਵੱਲ ਕੌਣ ਲੈ ਕੇ ਜਾਣਗੇ? ਸਤਿਗੁਰੂ ਦੀ ਅੰਮ੍ਰਿਤ ਦੀ ਦਾਤ, ਅੰਮ੍ਰਿਤ ਵਾਰਤਾ ਮਿਲੇ ਕੋਈ ਸਤਿਗੁਰਾਂ ਦੇ ਪਿਆਰੇ ਨਾਮ, ਰਲ ਮਿਲ ਕੇ ਇੱਕ ਦੋ ਵਾਰ ਆਖੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੁਕਮਾਂ ਨੂੰ ਦਿਲੋਂ ਪਿਆਰ ਕਰਕੇ ਰਲ ਮਿਲ ਕੇ ਤੁਰੀਏ ਤਾਂ ਕਿ ਸਾਡਾ ਲੋਕ ਪਰਲੋਕ ਸੁਖੇਲਾ ਹੋ ਸਕੇ। ਅੱਜ ਇਨੀ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ